अजकल बहुते अनाउंसमेंट ਜਿਹੜੇ ਕਰਦੇ ਨੇ ਉਹ ਕਹਿੰਦੇ ਵੀ ਸਲਾਮੀ ਲਓ। ਸਲਾਮੀ ਲਈ ਨਹੀਂ ਜਾਂਦੀ, ਸਲਾਮੀ ਦਿੱਤੀ ਜਾਂਦੀ ਆ। ਸੁਰੇਸ਼ ਪਹਿਲਵਾਨ ਨਾਲ ਹੋਈ ਮੰਨਣਾ ਨੇ, ਉਹਦੇ ਵਿੱਚ ਮੇਰੇ ਜ਼ਿੰਦਗੀ 'ਚ ਜਿੰਨੇ ਜ਼ੋਰ ਲੱਗੇ ਆ। ਕੁਸ਼ਤੀ ਦੇ ਵਾਰਸ YouTube ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਅਮਿਤ ਠਾਕਰ ਤੇ ਗੱਲ ਕਰੀਏ ਪੰਜਾਬ ਦੀ। ਪੰਜਾਬ ਉਹ ਧਰਤੀ ਹੈ ਜਿੱਥੇ ਯੋਧੇ ਸੂਰਮੇ ਪੈਦਾ ਹੋਏ ਨੇ। ਤੇ ਜੇ ਗੱਲ ਕਰੀਏ ਪੰਜਾਬ ਦੀ ਖੇਡ ਕੁਸ਼ਤੀ ਦੀ ਤੇ ਆਪਾਂ ਅੱਜ ਗੱਲ ਕਰਾਂਗੇ ਪੰਜਾਬ ਦੇ ਉਸ ਪਹਿਲਵਾਨ ਨਾਲ ਜਿਹੜੇ ਕਿ ਆਪਣੇ ਸਮੇਂ ਦੇ ਬਹੁਤ ਹੀ ਵਧੀਆ ਪਹਿਲਵਾਨ ਰਹੇ ਨੇ ਤੇ ਪੰਜਾਬ ਦੀ ਗੁਰਜ ਦੇ ਮਾਲਕ ਵੀ ਬਣੇ ਨੇ। ਛਿੰਦਾ ਪਹਿਲਵਾਨ ਜੀ, ਪੰਜਾਬ ਕੇਸਰੀ। ਸੋ ਬਹੁਤ ਬਹੁਤ ਸਵਾਗਤ ਹੈ ਪਹਿਲਵਾਨ ਜੀ ਤੁਹਾਡਾ ਸਾਡੇ ਚੈਨਲ ਤੇ। ਥੈਂਕ ਯੂ ਜੀ, ਧੰਨਵਾਦ ਜੀ। ਪਹਿਲਵਾਨ ਜੀ, ਸਭ ਤੋਂ ਪਹਿਲਾਂ ਇਹ ਸਵਾਲ ਹੈ ਕਿ ਪਹਿਲਵਾਨੀ ਵੱਲ ਤੁਹਾਡਾ ਕਿਸ ਤਰ੍ਹਾਂ ਮਤਲਬ ਧਿਆਨ ਜਿਹੜਾ ਸ਼ੁਰੂ ਹੋਇਆ, ਇਸ ਖੇਡ ਵੱਲ ਕਿਸ ਤਰ੍ਹਾਂ ਆਏ ਤੁਸੀਂ? ਪਹਿਲਵਾਨੀ ਵੱਲੇ ਸਾਡੇ ਪਰਿਵਾਰ ਨੂੰ ਸ਼ੌਂਕ ਸੀਗਾ। ਸਾਡੇ ਬਾਬਾ ਜੀ ਸਰਦਾਰ ਲਾਲ ਸਿੰਘ ਉਹ ਉਸ ਟਾਈਮ ਸੌਂਚੀ ਹੁੰਦੀ ਸੀ, ਉਹਦੇ ਬੜੇ ਤਕੜੇ ਪਲੇਅਰ ਸੀਗੇ। ਅਤੇ ਉਹ ਉਸ ਟਾਈਮ ਦੇ ਤਿੰਨ ਸਾਡੇ ਇਲਾਕੇ ਦੇ ਵਿੱਚ ਸੀਗੇ। ਇੱਕ ਸਾਡੇ ਬਾਬਾ ਜੀ ਸਰਦਾਰ ਲਾਲ ਸਿੰਘ ਚੂਸਲੇਵੜ, ਜੋ ਕਿ ਪਿਛੋਕੜ ਸਾਡਾ ਗਿੱਲ ਵੜੈਚ ਆ, ਔਰ ਇੱਕ ਮਾਨੇ ਸ਼ਾਹ ਫਕੀਰ ਹੋਇਆ ਠੱਟੇ ਤੋਂ, ਉਹ ਫਕੀਰਾਂ ਦਾ ਲੜਕਾ ਸੀ, ਉਹ ਬੜਾ ਤਕੜਾ ਪਿਆ। ਇੱਕ ਬਾਬਾ ਜੀ ਹੋਏ ਨੇ ਫਤਿਹ ਸਿੰਘ ਵਲਟੋਏ ਦੇ, ਬਹੁਤ ਮਸ਼ਹੂਰ ਪਹਿਲਵਾਨ ਹੋਏ ਨੇ। ਹਾਂਜੀ, ਉਹਨਾਂ ਤੋਂ ਸਾਡੇ ਬਾਬਾ ਜੀ ਨੂੰ ਲਗਨ ਸੀਗੀ, ਉਹ ਕਰਦੇ ਨੇ। ਫਿਰ ਸਾਡੇ ਇੱਕ ਚਾਚਾ ਜੀ ਨੂੰ ਲਾਇਆ ਸਰਦਾਰ ਦਲੀਪ ਸਿੰਘ ਨੂੰ, ਉਹਨਾਂ ਨੇ ਨਾ ਕੀਤੀ। ਫਿਰ ਸਾਡੇ ਇੱਕ ਚਾਚਾ ਜੀ ਦੇ ਲੜਕੇ ਜੋਗਿੰਦਰ ਸਿੰਘ, ਉਹਨਾਂ ਨੂੰ ਲਾਇਆ, ਉਹ ਫਿਰ BSF 'ਚ ਭਰਤੀ ਹੋ ਗਏ। ਹਾਂਜੀ, ਫਿਰ ਉਹਨਾਂ ਨੇ ਮੇਰੇ 'ਤੇ ਤਵੱਜੋ ਦਿੱਤੀ। ਹਾਂਜੀ। ਤੇ ਪਹਿਲਵਾਨ ਜੀ, ਆਪਣਾ ਇਕੱਲੇ ਹੀ ਤੁਸੀਂ ਪਹਿਲਵਾਨੀ ਕੀਤੀ ਕਿ ਹੋਰ ਵੀ ਤੁਹਾਡੇ ਨਾਲ ਤੁਹਾਡੇ ਭਰਾ ਕਰਦੇ ਸੀਗੇ? ਨਹੀਂ, ਮੇਰੇ ਤੋਂ ਚੌਥੇ ਥਾਂ 'ਤੇ ਇੱਕ ਛੋਟਾ ਬ੍ਰਦਰ ਸੀ ਲਖਵਿੰਦਰ ਸਿੰਘ, ਉਹ ਲੱਗਾ ਸੀ। ਉਹ ਫਿਰ ਛੇਤੀ 1987 ਦੇ ਵਿੱਚ ਅਮਰੀਕਾ ਚਲਾ ਗਿਆ। ਉਹ ਅੱਜ ਕੱਲ੍ਹ ਅਮਰੀਕਾ ਸੈੱਟ ਆ। ਉਹ ਉਦੋਂ ਮੇਰੇ ਕੋਲ ਘਰ ਰਿਹਾ ਸੀਗਾ, ਪਰ ਉਹਨੂੰ ਉੱਧਰ ਉਹ ਜਾਣ ਕਰਕੇ ਫਿਰ ਉਹ ਛੱਡਤੀ। ਫਿਰ ਮੈਂ ਹੀ ਇਸ ਖੇਤਰ 'ਚ ਰਿਹਾ। ਪਹਿਲਵਾਨ ਜੀ, ਕਿੰਨੀ ਕੁ ਉਮਰ ਵਿੱਚ ਤੁਸੀਂ ਜਿਹੜੀ ਪਹਿਲਵਾਨੀ ਸ਼ੁਰੂ ਕਰਤੀ ਸੀ ਤੇ ਪਹਿਲਾਂ ਕਿਹੜਾ ਅਖਾੜਾ ਸੀਗਾ ਜਿੱਥੋਂ ਜ਼ੋਰ ਕਰਨਾ ਸ਼ੁਰੂ ਕੀਤੇ ਆ ਜਾਂ ਰੁਮਾਲੀ ਬੰਨ੍ਹਣਾ ਸਟਾਰਟ ਕੀਤੀ ਸੀਗੀ? ਮੈਂ ਪਹਿਲਾਂ ਤਾਂ ਜਿਵੇਂ ਆਮ ਬੱਚੇ ਉਸ ਟਾਈਮ 'ਤੇ, ਸਾਡੇ ਟਾਈਮ 'ਤੇ ਤੀਆਂ ਲੱਗਦੀਆਂ ਸੀ ਹਰ ਇੱਕ ਪਿੰਡ ਸਾਉਣ ਦੇ ਵਿੱਚ, ਅਤੇ ਜਾਂ ਕੋਈ ਛੋਟੇ ਮੋਟੇ ਮੇਲੇ ਹੁੰਦੇ ਸੀ। ਸਾਡੇ ਪਿੰਡ ਕਾਫੀ ਜਗ੍ਹਾ ਸੀਗੀਆਂ ਜਿੱਥੇ ਸਾਲ ਦੇ ਵਿੱਚ, ਜਿਵੇਂ ਬਾਬੇ ਚਰਨਦਾਸ ਦਾ ਮੇਲਾ ਸੀ, ਮੋੜ 'ਤੇ ਵੀ ਲੱਗਦਾ ਸੀ, ਪਿੰਡ ਵੀ ਬਾਬੇ ਬੂਟਾ ਸਿੰਘ ਜੀ ਦਾ ਸੀਗਾ। ਹਾਂਜੀ, ਇੱਕ ਸਾਡੇ ਪਿੰਡ ਛਿੰਝ ਪੈਂਦੀ 15 ਮਾਘ ਨੂੰ, ਉਹ ਬੜੀ ਮਸ਼ਹੂਰ ਸੀ। ਉਹ ਵੇਖ ਕੇ ਵੀ ਕੁਛ ਸਾਨੂੰ, ਸਾਡੇ ਪਿੰਡ ਬਹੁਤ ਵੱਡੇ ਭਲਵਾਨ ਘੁਲਣ ਆਉਂਦੇ ਰਹੇ। ਪਹਿਲਵਾਨ ਬੰਤਾ ਸਿੰਘ ਜੀ ਵਲਟੋਆ, ਪਹਿਲਵਾਨ ਸੰਤੋਖ ਸਿੰਘ ਘੁੱਕ, ਪਹਿਲਵਾਨ ਗਲਾਲੀਪੁਰ, ਵਸਣ ਸਿੰਘ ਸ਼ੇਰੋਂ, ਫਕੀਰ ਬਾਣੀਆਂ ਵਾਲੇ, ਇਸ ਤਰ੍ਹਾਂ ਹੋਰ ਮਸ਼ਹੂਰ ਪਹਿਲਵਾਨ ਸੀ ਜਿਹੜੇ ਉਸ ਟਾਈਮ 'ਤੇ, ਉਹ ਸਾਰੇ ਸਾਡੇ ਪਿੰਡ ਕੁਸ਼ਤੀ ਲੜਨ ਆਉਂਦੇ ਸੀਗੇ। ਉਸ ਚੀਜ਼ ਦਾ ਵੀ ਕੁਝ ਅਸਰ ਹੋਇਆ। ਪਹਿਲਵਾਨ ਜੀ, ਪਹਿਲਵਾਨੀ ਦੇ ਨਾਲ ਨਾਲ ਸਟੱਡੀ ਵੀ ਚੱਲਦੀ ਰਹੀ ਹੈ। ਸਟੱਡੀ ਕਿੱਥੋਂ ਕੀਤੀ ਹੈ ਤੇ ਕਿੱਥੇ ਕੁ ਤੱਕ ਤੁਸੀਂ ਸਟੱਡੀ ਕੀਤੀ ਹੈ, ਵੀ ਜ਼ਰੂਰ ਦੱਸੋ। ਸਟੱਡੀ ਮੈਂ ਇੱਥੇ ਰਹਿੰਦੇ ਹੋਇਆਂ ਕੋਈ ਇੰਨੀ ਖਾਸ ਨਹੀਂ ਕੀਤੀ। ਮੈਂ 1971 'ਚ ਲਾਸਟ ਦਸੰਬਰ ਦੇ ਵਿੱਚ ਭਰਤੀ ਹੋ ਗਿਆ ਫੌਜ ਦੇ ਵਿੱਚ, ਅਤੇ ਫੌਜ ਦੇ ਵਿੱਚ ਜਾ ਕੇ ਮੈਂ ਸਟੱਡੀ ਕੀਤੀ ਆ ਜ਼ਿਆਦਾ। ਅਤੇ ਉੱਥੇ ਪਹਿਲਵਾਨੀ ਨੂੰ ਵੀ ਤਰਜੀਹ ਉੱਥੇ ਹੀ ਦਿੱਤੀ। ਉੱਥੇ ਮੈਨੂੰ ਮੌਕਾ ਮਿਲਿਆ ਖੁੱਲ੍ਹ ਕੇ ਪਹਿਲਵਾਨੀ ਕਰਨ ਦਾ। ਤੇ ਪਹਿਲਵਾਨ ਜੀ, ਜਦੋਂ ਪਹਿਲਵਾਨੀ ਸ਼ੁਰੂ ਕੀਤੀ ਹੈ ਤੇ ਤੁਹਾਡੇ ਜਿਹੜੇ ਗੁਰੂ ਜੀ ਸੀਗੇ, ਉਸਤਾਦ ਜਿਹਨੂੰ ਆਪਾਂ ਕਹਿ ਲੈਂਦੇ, ਉਹ ਕੌਣ ਸੀਗੇ ਜੀ? ਪਹਿਲਾਂ ਫੌਜ ਦੇ ਵਿੱਚ ਤੇ ਜਿਹੜਿਆਂ ਨੇ ਮੈਨੂੰ ਇਸ ਬੰਨੇ ਲਾਇਆ, ਉਹਦੇ ਪਹਿਲਵਾਨ ਸੁੱਚਾ ਸਿੰਘ ਹੁੰਦੇ ਸੀ, ਉਹ ਆਰਮੀ ਦੇ ਪਹਿਲਵਾਨ ਸੀਗੇ, ਅਤੇ ਉਹਨਾਂ ਨੇ ਮੇਰੀ ਕਾਫੀ ਮਦਦ ਕੀਤੀ ਉੱਥੇ। ਅਤੇ ਪਰ ਜਿਹੜੇ ਮੇਰੇ ਗੁਰੂ ਪਹਿਲਵਾਨੀ ਦੇ ਖੇਤਰ 'ਚ ਹੋਏ ਨੇ, ਉਹ ਪਹਿਲਵਾਨ ਸੰਤੋਖ ਸਿੰਘ ਬਹਾਦਰ ਨਗਰ, ਜਿਨ੍ਹਾਂ ਦੇ ਉਸਤਾਦ ਪਹਿਲਵਾਨ ਬੰਤਾ ਸਿੰਘ ਜੀ ਵਲਟੋਆ ਸੀਗੇ। ਅਤੇ ਇਹ ਸਾਡੀ ਜਿਹੜੀ ਪਹਿਲਵਾਨੀ ਖਾਨਦਾਨ ਆ ਸਾਡਾ ਬਹੁਤ ਉੱਚ ਕੋਟੀ ਦਾ ਹੈ। ਅਤੇ ਮੇਰੇ ਜਿਹੜੇ ਉਸਤਾਦ ਜੀ ਸੀ, ਉਹ ਪਹਿਲਵਾਨ ਸਰਦਾਰ ਸੰਤੋਖ ਸਿੰਘ ਬਹਾਦਰ ਨਗਰ ਸੀਗੇ। ਉਹਨਾਂ ਦੀ ਰੇਖ ਦੇ ਹੇਠਾਂ ਮੈਂ ਕੀਤੀ।
ਪਹਿਲਵਾਨ ਜੀ ਜਦੋਂ ਸਟਾਰਟਿੰਗ 'ਚ ਜਦੋਂ ਬੱਚਾ ਪਹਿਲੀ ਕੁਸ਼ਤੀ ਜਿੱਤਦਾ ਹੈ ਜਾਂ ਤੁਹਾਨੂੰ ਲੱਗਾ ਕਿ ਹੁਣ ਮੈਂ ਮਤਲਬ ਕੁਸ਼ਤੀਆਂ ਲੜਨ ਯੋਗ ਹੋ ਗਿਆ, ਕੋਈ ਵਧੀਆ ਕੁਸ਼ਤੀ ਜਿਹੜੀ ਆਪਣੇ ਸਮੇਂ 'ਚ ਤੁਸੀਂ ਮਤਲਬ ਲੜੀ ਹੋਵੇ ਸਟਾਰਟਿੰਗ ਜਦੋਂ ਸ਼ੁਰੂ ਹੋਈ ਹੈ ਕੁਸ਼ਤੀ ਦੀ, ਹੈ ਨਾ? ਸਟਾਰਟਿੰਗ ਦੇ ਵਿੱਚ ਸਾਡੇ ਪਿੰਡ ਹੀ ਬਾਬੇ ਬੂਟਾ ਸਿੰਘ ਜੀ ਦਾ ਮੇਲਾ ਲੱਗਦਾ ਹੈ, ਤੇ ਉੱਥੇ ਉਹ ਚੇਤ ਦੇ ਵਿੱਚ ਮੇਲਾ ਹੁੰਦਾ, ਤੇ ਉੱਥੇ ਮੇਰੀ ਕੁਸ਼ਤੀ ਮੇਰੇ ਚਾਚਾ ਜੀ ਸਰਦਾਰ ਗੇਜਾ ਸਿੰਘ ਉਹ ਬੜਾ ਸ਼ੌਂਕ ਰੱਖਦੇ ਸੀਗੇ। ਉਹ 5-5 7-7 ਮੀਲ ਮੇਰੇ ਮਗਰ ਤੁਰ ਕੇ ਹੀ ਉਹਨਾਂ ਨੇ ਹਲ ਵਾਹ ਕੇ ਮਗਰ ਚਲੇ ਜਾਣਾ ਜੇ ਲਾਗੇ ਛਿੰਝ ਹੋਣੀ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਸਾਡੇ ਪਿੰਡ ਤੋਂ ਹੀਗਾ ਇੱਕ ਤੁਲੀ ਹੀ ਪਹਿਲਵਾਨ, ਤੇ ਉਹਨੇ ਆਵਾਜ਼ ਦਿੱਤੀ ਤੇ ਸਾਡੇ ਚਾਚਾ ਜੀ ਕਹਿੰਦੇ ਵੀ ਤੇਰਾ ਰੁਮਾਲੀ ਲੰਗੋਟਾ ਤੂੰ ਲਿਆਇਆ? ਮੈਂ ਕਿਹਾ ਜੀ ਨਹੀਂ, ਘਰੇ ਆ। ਤੇ ਉਹਨਾਂ ਨੇ ਆਪਣੇ ਲੜਕੇ ਨੂੰ ਭੇਜ ਕੇ ਮੇਰੇ ਰੁਮਾਲੀ ਲੰਗੋਟਾ ਲਿਆਂਦਾ, ਤੇ ਪਹਿਲੀ ਕੁਸ਼ਤੀ ਮੈਂ ਉਹਨੂੰ ਆਪਣੇ ਪਿੰਡ ਹੀ ਚਿੱਤ ਕੀਤਾ। ਤੇ ਫਿਰ ਮੇਰਾ ਜਿਹੜਾ ਮਨ ਸੀ ਉਹ ਮੇਰੀ ਹੌਸਲਾ ਅਫਜ਼ਾਈ ਹੋ ਗਈ, ਮੇਰੇ ਪਰਿਵਾਰ ਨੇ ਵੀ, ਮੇਰੇ ਹੋਰ ਵੀ ਰਿਸ਼ਤੇਦਾਰਾਂ ਵੀ ਕੀਤੀ। ਪਹਿਲਵਾਨ ਜਦੋਂ ਤੁਸੀਂ ਪਹਿਲਵਾਨੀ ਸ਼ੁਰੂ ਕੀਤੀ ਹੈ ਤੇ ਉਸ ਸਮੇਂ 'ਚ ਮਤਲਬ ਕਿਹੜੇ ਪਹਿਲਵਾਨ ਸੀਗੇ ਜਿਹੜੇ ਮਤਲਬ ਤੁਹਾਡੇ ਆਈਡਲ ਸੀਗੇ, ਜਾਂ ਤੁਸੀਂ ਸੋਚਦੇ ਸੀ ਕਿ ਆਪਾਂ ਇਹਨਾਂ ਵਰਗੀ ਪਹਿਲਵਾਨੀ ਕਰਾਂਗੇ? ਮਤਲਬ ਉਸ ਟਾਈਮ ਦੇ ਜਿਹੜੇ ਵਧੀਆ ਪਹਿਲਵਾਨ ਸੀਗੇ ਉਹ ਇਹੀ ਸੀਗੇ। ਪਹਿਲਵਾਨ ਬੰਤਾ ਸਿੰਘ ਜੀ ਵਲਟੋਆ ਬਹੁਤ ਤਕੜੇ ਰੁਸਤਮ ਹੋਏ ਨੇ। ਮੇਰੇ ਉਸਤਾਦ ਜੀ ਪਹਿਲਵਾਨ ਸੰਤੋਖ ਸਿੰਘ ਉਹ ਸਾਡੇ ਰਿਸ਼ਤੇਦਾਰ ਵੀ ਸੀਗੇ ਬਹਾਦਰ ਨਗਰ ਵੱਲੋਂ। ਤੇ ਉਹ ਜਦੋਂ ਉਹ ਇੱਥੇ ਆਉਂਦੇ ਸੀ ਸਾਡੇ ਪਿੰਡ ਘੁੱਕ ਪਹਿਲਵਾਨ ਗਰਾਲੀਪੁਰ, ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਾ, ਹੋਰ ਵੀ ਕਾਫੀ ਪਹਿਲਵਾਨ ਆਉਂਦੇ ਸੀ, ਪਰ ਜ਼ਿਆਦਾ ਮੇਰਾ ਇਹਨਾਂ ਦੇ ਸੀਗਾ ਵੀ ਇਹ ਬਹੁਤ ਇੱਕ ਸੱਚੇ ਸੁੱਚੇ ਤੇ ਅਣਖ ਵਾਲੇ ਪਹਿਲਵਾਨ ਸੀਗੇ। ਹਰ ਇੱਕ ਕਾਰਾਗਰੀ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਆਦਮੀ ਹੁੰਦਾ ਹੈ, ਲੇਕਿਨ ਉਹ ਬਹੁਤ ਜੀਦਾਰ ਤੇ ਸੱਚੇ ਸੁੱਚੇ ਪਹਿਲਵਾਨੀ ਨੂੰ ਸਮਰਪਿਤ ਸੀਗੇ। ਉਹ ਪਹਿਲਵਾਨ ਜੀ ਸਭ ਤੋਂ ਜਿਹੜੀ ਪਹਿਲੀ ਕੁਸ਼ਤੀ ਝੰਡੀ ਦੀ, ਜਿਹਨੂੰ ਆਪਾਂ ਕਹਿ ਲੈਂਦੇ ਪੰਜਾਬ ਦੀ 1 ਨੰਬਰ ਦੀ ਝੰਡੀ, ਕਿਹੜੀ ਜਗ੍ਹਾ ਤੋਂ ਜਿੱਤੀ ਸੀ ਤੁਸੀਂ? ਉਹ ਤੇ ਇਸ ਤਰ੍ਹਾਂ ਹੈ ਵੀ ਇੱਦਾਂ ਦੇ ਮੈਨੂੰ ਹੁਣ ਚੇਤਾ ਨਹੀਂ ਗਾ, ਕਿਉਂਕਿ ਮੈਂ ਝੰਡੀ ਤੋਂ ਥੱਲੇ ਕੁਸ਼ਤੀ ਨਹੀਂ ਕੋਈ ਲੜਿਆ। ਉਹ ਇਸ ਤਰ੍ਹਾਂ ਵਾਹਿਗੁਰੂ ਜੀ ਦੀ ਕਿਰਪਾ ਹੋਈ ਵੀ ਜਦੋਂ ਮੇਰੇ ਉਸਤਾਦ ਜੀ ਦੀ ਬਾਂਹ ਕੱਟੀ ਨਹੀਂ ਗਈ, 28 ਭਾਦੋਂ 78 'ਚ ਉਹਨਾਂ ਦੀ ਬਾਂਹ ਕੱਟੀ ਗਈ, ਐਕਸੀਡੈਂਟ ਹੋ ਗਿਆ, ਇੱਕ ਹੋ ਗਿਆ। ਵੱਡੀ ਮਾਲੀ ਤੇ ਉਹ ਘੁਲਦੇ ਸੀ ਤੇ 2 ਨੰਬਰ ਦੀ ਮਾਲੀ ਤੇ ਮੈਂ ਘੁਲਦਾ ਸੀ। ਜਦੋਂ ਖੁਦਾ ਖਾਸਤਾ ਉਹਨਾਂ ਦਾ ਇਹ ਭਾਣਾ ਵਾਪਰਿਆ, ਤੇ ਉਦੋਂ ਮਗਰੋਂ ਜਦੋਂ ਵੀ ਮੈਂ ਕਿਸੇ ਵੀ ਦੰਗਲ ਦੇ ਵਿੱਚ ਗਿਆ ਹੈ ਤੇ ਉਹਦੇ ਵਿੱਚ ਮੈਨੂੰ ਮਾਲੀ ਤੇ ਘੁਲਣ ਦਾ ਮੌਕਾ ਮਿਲਿਆ ਹੈ, ਨਾ ਕਿ ਥੱਲੇ। ਉਸ ਟਾਈਮ ਵਿੱਚ ਪਹਿਲਵਾਨੀ 'ਚ ਮਿਹਨਤ ਕਿੰਨੀ ਕੁ ਸੀਗੀ, ਜਾਂ ਮਿਹਨਤ ਹੁਣ ਘੱਟ ਹੋ ਗਈ ਹੈ, ਕਿਸ ਤਰ੍ਹਾਂ ਦਾ ਮਤਲਬ ਦੱਸੋ ਉਹਦੇ ਬਾਰੇ 'ਚ? ਮਿਹਨਤ ਉਦੋਂ ਵੀ ਸੀਗੀ, ਉਦੋਂ ਆ ਜਿਹੜੇ ਵੇਟ ਵਗੈਰਾ ਜਾਂ ਹੋਰ ਚੀਜ਼ਾਂ ਇਹ ਸੁੱਖ ਸਹੂਲਤਾਂ ਨਹੀਂ ਸੀਗੀਆਂ ਜਿਵੇਂ ਕਿ ਹੁਣ। ਜਿਵੇਂ ਸਰਦੀ ਹੋਵੇ ਇੱਕ ਅੰਦਰ ਵੜ ਕੇ ਬੰਦਾ ਮਿਹਨਤ ਕਰ ਸਕਦਾ ਹੈ, ਹਾਂਜੀ। ਉਦੋਂ ਇਹ ਸੀ ਵੀ ਹਰ ਇੱਕ ਪਹਿਲਵਾਨ ਦੌੜ ਲਾਉਂਦਾ ਸੀ, ਮਿਹਨਤ ਵੱਧ ਤੋਂ ਵੱਧ ਲਾਉਂਦਾ ਸੀ। ਹਾੜ ਹੋਵੇ ਸਿਆਲ ਹੋਵੇ ਉਹਨੂੰ ਡੰਡ ਬੈਠਕ ਲਾਉਣੀ ਪੈਂਦੀ ਸੀ, ਔਰ ਬਾਹਰ ਨਿੱਧਰੇ ਮਿਹਨਤ ਕਰਦਾ ਸੀ। ਹੁਣ ਵਾਂਗੂ ਇਹ ਨਹੀਂ ਕਲੱਬਾਂ ਦੇ ਵਿੱਚ ਜਿੰਮਾਂ ਦੇ ਵਿੱਚ ਮਿਹਨਤ ਨਹੀਂ ਸੀ ਲੱਗਦੀ। ਪਹਿਲਵਾਨ ਜੀ ਅੱਜ ਦੇ ਟਾਈਮ ਵਿੱਚ ਜਦੋਂ ਵੀ ਕਿਤੇ ਵੀ ਜਾਈਦਾ ਛਿੰਝ 'ਚ ਦੰਗਲ 'ਚ, ਤੇ ਵੇਖੀਦਾ ਕਿ ਪਹਿਲਵਾਨਾਂ ਦਾ ਜਿਹੜਾ ਸਲਾਮੀ ਦੇਣ ਦਾ ਇੱਕ ਤਰੀਕਾ ਬਹੁਤ ਨਰਮ ਜਿਹਾ ਠੰਡਾ ਜਿਹਾ ਹੁੰਦਾ ਨਾ। ਤੇ ਤੁਹਾਡੀਆਂ ਮਤਲਬ ਕਾਫੀ ਕੁਸ਼ਤੀਆਂ ਵੇਖੀਆਂ ਨੇ, ਜਾਂ ਹੋਰ ਵੀ ਮੇਹਰਦੀਨ ਪਹਿਲਵਾਨ ਜੀ, ਤੇ ਉਹਨਾਂ ਦਾ ਮਤਲਬ ਸਲਾਮੀ ਦੇਣ ਦਾ ਤਰੀਕਾ ਕੁਝ ਵੱਖ ਸੀ, ਜੋ ਸੀਗਾ, ਹੈ ਨਾ। ਹੁਣ ਉਹ ਕਿਉਂ ਘੱਟ ਹੁੰਦਾ ਜਾਣ ਡਿਆ? ਇਹ ਕੁਦਰਤੀ ਆਪਣਾ ਆਪਣਾ ਸੁਭਾਅ। ਮੈਂ ਵੀ ਪਹਿਲਾਂ ਸਲਾਮੀ ਇਸ ਤਰ੍ਹਾਂ ਨਹੀਂ ਸੀਗਾ ਦਿੰਦਾ। ਪਹਿਲੀ ਗੱਲ ਤਾਂ ਇੱਕ ਹੋਰ ਗੱਲ ਹੈ ਵਿੱਚ, ਮੈਂ ਤੁਹਾਨੂੰ ਨੁਕਤੇ ਵਾਲੀ ਗੱਲ ਦੱਸਦਾ। ਅੱਜ ਕੱਲ੍ਹ ਬਹੁਤੇ ਅਨਾਊਂਸਮੈਂਟ ਜਿਹੜੇ ਕਰਦੇ ਨੇ ਉਹ ਕਹਿੰਦੇ ਵੀ ਸਲਾਮੀ ਲਓ। ਸਲਾਮੀ ਲਈ ਨਹੀਂ ਜਾਂਦੀ, ਸਲਾਮੀ ਦਿੱਤੀ ਜਾਂਦੀ ਆ। ਹਮੇਸ਼ਾ ਵੱਡੇ ਬੰਦੇ ਨੂੰ ਸਲੂਟ ਮਾਰਿਆ ਜਾਂਦਾ ਔਰ ਸਲਾਮੀ ਦਿੱਤੀ ਜਾਂਦੀ ਆ। ਜਿਹੜਾ ਖਾੜਾ ਹੁੰਦਾ ਹੈ, ਖਾੜਾ ਪਾਤਸ਼ਾਹ ਬੋਲਦੇ ਅਸੀਂ, ਸਾਡੇ ਲਈ ਖਾੜਾ ਬਹੁਤ ਇੱਕ ਵੱਡੀ ਚੀਜ਼ ਹੁੰਦਾ ਹੈ, ਕਿਉਂਕਿ ਖਾੜੇ ਦੀ ਜਿਹੜੀ ਪੂਜਾ ਹੈ ਉਹ ਅਸੀਂ ਇੱਕ ਗੁਰਦੁਆਰੇ ਮੰਦਿਰ ਜਿੰਨੀ ਕਰਦੇ ਹਾਂ। ਇਸ ਕਰਕੇ ਅਸੀਂ ਸਲਾਮੀ ਦੇਣੀ ਹੁੰਦੀ ਆ, ਅਸੀਂ ਸਲਾਮੀ ਲੈਣੀ ਨਹੀਂ ਹੁੰਦੀ, ਸਲਾਮੀ ਦੇਣੀ ਹੁੰਦੀ ਆ। ਇਹ ਜਿਹੜਾ ਮੇਰਾ ਅੰਦਾਜ਼ ਹੈ ਸਲਾਮੀ ਦੇਣ ਦਾ, ਇਹ ਬਹੁਤ ਵੱਡੇ ਪਹਿਲਵਾਨ ਹੋਏ ਨੇ ਸਾਡੇ ਇਲਾਕੇ ਦੇ, ਸੁਰਜਨ ਸਿੰਘ ਡਲੀਰੀ, ਔਰ ਉਹ ਪਹਿਲਵਾਨ ਜੀ ਮੈਨੂੰ ਮਾੜੀ ਕੁਸ਼ਤੀਆਂ ਹੋਈਆਂ, ਮਾੜੀ ਕੰਬੋਗੀ ਗਏ, ਔਰ ਉਹ ਸਾਰੇ ਭਲਵਾਨਾਂ ਨੂੰ ਉਹ ਮਿਲੇ। ਉਦੋਂ ਉਹ ਬਿਲਕੁਲ ਬਜ਼ੁਰਗ ਹੋ ਚੁੱਕੇ ਸੀ, 80 82 85 ਸਾਲ ਦੇ। ਤੇ ਉਹ ਕਹਿੰਦੇ ਵੀ ਮਾਲੀ ਤੇ ਕਿੰਨੇ ਘੁਲਣਾ? ਉਹ ਕਹਿੰਦੇ ਜੀ ਫੌਜੀ, ਮੈਂ ਛੁੱਟੀ ਆਇਆ, ਮੈਨੂੰ ਫੌਜੀ ਕਹਿੰਦੇ ਹੁੰਦੇ ਸੀ। ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਐਦਾਂ ਕਿਉਂ ਘੁਲਦੇ ਜੇ? ਮੈਂ ਜੀ ਕੀ ਕਰੀਏ? ਆਂਦੇ ਵੀ ਸਲਾਮੀ ਦਿਆ ਕਰੋ, ਪਤਾ ਲੱਗ ਜੇ ਲੋਕਾਂ ਨੂੰ ਵੀ ਫਲਾਣਾ ਪਹਿਲਵਾਨ ਆ ਗਿਆ, ਦੱਸਣ ਦੀ ਲੋੜ ਨਾ ਪਵੇ। ਉਸ ਦਿਨ ਤੋਂ ਮੈਂ ਫਿਰ ਉਹ ਜਿਹੜਾ ਸਲਾਮੀ ਦੇਣ ਦਾ ਅੰਦਾਜ਼ ਸੀਗਾ ਲਲਕਾਰੇ ਮਾਰ ਕੇ, ਉਹ ਮੈਂ ਫਿਰ ਇਹ ਸਰਦਾਰ ਪਹਿਲਵਾਨ ਸੁਰਜਨ ਸਿੰਘ ਜੀ ਹੁਣਾਂ ਦੀ ਦੇਣ ਆ, ਜਿਹੜਾ ਮੈਂ ਸਲਾਮੀ ਦਾ ਜਿੰਨਾ ਚਿਰ ਮੈਂ ਲੜਿਆ
ਕੁਸ਼ਤੀ ਉਹ ਮੈਂ ਅਪਣਾ ਕੇ ਰੱਖਿਆ, ਜੋ ਕਿ ਲੋਕਾਂ ਨਾਲੋਂ ਇੱਕ ਨਿਵੇਕਲਾ ਔਰ ਵੱਖਰਾ ਸੀਗਾ। ਤੇ ਪਹਿਲਵਾਨ ਜੀ ਖੁਰਾਕ ਦੇ ਵਿੱਚ ਜਦੋਂ ਤੁਸੀਂ ਪਹਿਲਵਾਨੀ ਕੀਤੀ ਹੈ ਉਸ ਟਾਈਮ ਮਤਲਬ ਕੀ ਖੁਰਾਕ ਚੱਲਦੀ ਸੀ ਆਪਣੀ, ਕਿੰਨੀ ਕੁ ਡਾਈਟ ਸੀਗੀ, ਦੁੱਧ ਬਦਾਮ, ਇਹਦੇ ਬਾਰੇ ਜ਼ਰੂਰ ਦੱਸੋ। ਹਾਂਜੀ, ਉਹ ਆਖਣ ਨੂੰ ਜੋ ਕੋਈ ਮਰਜ਼ੀ ਹੈ, ਕੋਈ ਕਹਿੰਦਾ ਮੈਂ 7 ਕਿਲੋ ਦੁੱਧ ਪੀਂਦਾ, ਕੋਈ 5 ਕਿਲੋ ਦੁੱਧ ਪੀਂਦਾ। ਦੁੱਧ 3-4 ਕਿਲੋ ਪਹਿਲਵਾਨ ਲਈ ਬਹੁਤ ਹੁੰਦਾ ਹੈ। ਅੱਗੇ ਹੁੰਦੀ ਹੈ ਹਾਜ਼ਮੇ ਦੀ ਗੱਲ, ਕਿ ਹਰ ਇੱਕ ਪਹਿਲਵਾਨ ਦਾ ਕੋਈ ਜ਼ਿਆਦਾ ਬਦਾਮ ਪੀ ਕੇ ਖੁਸ਼ ਰਹਿੰਦਾ ਹੈ। ਹਾਂਜੀ, ਪਾਈਆ ਬਦਾਮ ਇੱਕ ਟਾਈਮ 'ਤੇ ਬਹੁਤ ਹੁੰਦੇ ਨੇ, ਜਿਹੜਾ ਪੂਰੀ ਫੁੱਲ ਭਲਵਾਨੀ ਕਰਦਾ ਹੈ, ਬਹੁਤ ਨੇ ਉਹਨੂੰ, ਅਗਰ ਉਹ ਸਹੀ ਤਰੀਕੇ ਨਾਲ ਰਗੜ ਕੇ ਪੀਤੇ ਜਾਂਦੇ ਆ। ਤੇ 3-4 ਕਿਲੋ ਦੁੱਧ ਜਿਹੜਾ ਉਹ 1.5 ਪਾਈਆ, ਅੱਧਾ ਕਿਲੋ ਘਿਓ, ਦੋਵੇਂ ਟਾਈਮ ਭਲਵਾਨ ਨੂੰ, ਕਿਲੋ ਸਵਾ ਕਿਲੋ 3 ਪਾ, ਜਿੰਨਾ ਕੁ ਉਹਦਾ ਮੀਟ ਪਚਾ ਸਕਦਾ ਉਹ, ਜਿੰਨਾ ਕੁ ਉਹਦਾ ਹਾਜ਼ਮਾ ਹੈ। ਕਈ ਪਹਿਲਵਾਨ ਇਹੋ ਜਿਹੇ ਆ ਵੀ ਜਿਹੜੇ ਕਿਲੋ 1.5 ਕਿਲੋ ਮੀਟ ਖਾ ਜਾਂਦੇ ਆ। ਤੇ ਜਿਵੇਂ ਮੇਰੇ ਉਸਤਾਦ ਜੀ ਸੀ, ਉਹ ਪਾਈਆ ਮੀਟ ਔਰ ਪਾਈਆ ਦੁੱਧ, ਜ਼ਿਆਦਾ ਤੋਂ ਜ਼ਿਆਦਾ, ਉਹ ਏਡੇ ਵੱਡੇ ਜਵਾਨ ਸੀਗੇ, ਪਰ ਦੁੱਧ ਉਹਨਾਂ ਨੇ ਪਾਈਆ 1.5 ਪਾਈਆ ਪੀਣਾ, ਇਹ ਤੋਂ ਵੱਧ ਦੁੱਧ ਨਹੀਂ ਪੀ ਸਕਦੇ। ਮਿਹਨਤ ਦਾ ਇੱਕ ਟਾਈਮ ਸੀਗਾ, ਕਿੰਨੀ ਕੁ ਮਿਹਨਤ ਲਾਉਂਦੇ ਸੀਗੇ, ਜਿਹਨੂੰ ਆਪਾਂ ਦੂਰੇ ਕਹਿ ਲੈਂਦੇ ਨੇ ਜਾਂ ਬੈਠਕਾਂ ਕਹਿ ਲੈਂਦੇ ਨੇ, ਰਨਿੰਗ ਦੌੜ? ਉਹ ਇਸ ਤਰ੍ਹਾਂ ਹੈ ਵੀ ਮੈਂ ਫੌਜ 'ਚ ਹੋਣ ਕਰਕੇ ਨਾ, ਜਿਹੜੀ ਰਨਿੰਗ ਸੀ ਨਾ, ਉਹ ਸ਼ੁਰੂ ਤੋਂ ਹੀ ਜ਼ਿਆਦਾ 8 ਤੋਂ 10 ਕਿਲੋਮੀਟਰ ਲਾਉਂਦੇ ਸੀਗੇ। ਆਮ ਨੋਰਮਲ ਮਿਹਨਤ ਦਾ ਥੋੜ੍ਹਾ ਜਿਹਾ ਫਰਕ ਹੁੰਦਾ ਹੈ। ਜਦੋਂ ਕੋਈ ਦੰਗਲਾਂ ਦਾ ਟਾਈਮ ਆਉਂਦਾ ਹੈ ਜਾਂ ਕੋਈ ਮੇਨ ਕੰਪੀਟੀਸ਼ਨ ਆਉਂਦਾ ਹੈ ਨਾ, ਉਦੋਂ ਜਿਵੇਂ ਮੈਂ 2500 ਬੈਠਕ ਲਾਉਣਾ ਆਮ, ਤੇ ਫਿਰ ਮੈਂ 3000 ਕਰ ਦਿੰਦਾ। ਜੇ 7 ਕਿਲੋਮੀਟਰ 8 ਕਿਲੋਮੀਟਰ ਦੌੜ ਲਾਉਂਦੇ ਆ ਤਾਂ ਫਿਰ 10 ਕਰ ਦਿੰਦੇ ਆ। ਹਾਂਜੀ, ਇੱਥੇ ਤਾਂ ਊਠ ਬੈਠਕ ਸੀ ਜਿਹੜੀ, ਜਿਹਨੂੰ ਅਸੀਂ ਦੋਹਰੇ ਕਹਿ ਦਿੰਦੇ ਆ, ਉਹ ਜੇ 500-600 700 ਲਾਉਣੇ ਆ ਤੇ ਉਹ 1000 ਕਰ ਦੇਈਦੀ ਸੀ। ਮਿਹਨਤ ਉਦੋਂ ਵਧਾ ਦੇਈਦੀ ਔਰ ਤੇਜ਼ ਕਰ ਦੇਈਦੀ ਸੀ, ਇਹੀ ਫਰਕ ਹੁੰਦਾ ਹੈ। 200-400 ਵੱਧ ਕਰ ਦੇਈਦੀ। ਤੇ ਪਹਿਲਵਾਨ ਜੀ ਜਿਹੜੀ ਆਪਣੀ ਨੌਕਰੀ ਤੁਹਾਨੂੰ ਮਿਲੀ ਹੈ ਆਰਮੀ ਵਿੱਚ, ਇਹ ਬਤੌਰ ਮਤਲਬ ਪਹਿਲਵਾਨੀ ਤੇ ਮਿਲੀ ਸੀਗੀ ਕਿ ਮਤਲਬ ਵੈਸੇ ਜਰਨਲ ਭਰਤੀ ਹੋਈ ਸੀ ਤੁਸੀਂ? ਨਹੀਂ ਜੀ, ਮੈਂ ਜਰਨਲ ਭਰਤੀ ਹੋਇਆ ਸੀ ਉਦੋਂ। ਇਹ ਆਪਣੇ ਐਮਰਜੈਂਸੀ ਲੱਗੀ ਸੀ, ਲੜਾਈ ਲੱਗੀ ਸੀ, ਉਸ ਟਾਈਮ 'ਤੇ ਮੈਨੂੰ ਨੌਕਰੀ ਮਿਲ ਗਈ। ਹਾਂਜੀ। ਮੈਟ ਤੇ ਕਿਹੜੇ ਕਿਹੜੇ ਪਹਿਲਵਾਨ ਹੈਗੇ ਜਿਨ੍ਹਾਂ ਨਾਲ ਤੁਹਾਡੀਆਂ ਕੁਸ਼ਤੀਆਂ ਹੋਈਆਂ, ਉਹਦੇ ਬਾਰੇ ਦੱਸਿਓ। ਮੈਟ 'ਤੇ ਤਕਰੀਬਨ ਮੈਂ ਪੰਜਾਬ ਦੇ ਕੀ ਹਿੰਦੁਸਤਾਨ 'ਤੇ ਜਿਹੜੇ ਵੀ ਪਹਿਲਵਾਨ ਮੇਰੇ ਟਾਈਮ ਦੇ ਹੈਗੇ, 1-2 ਪਹਿਲਵਾਨਾਂ ਨੂੰ ਛੱਡ ਕੇ, ਜਿਵੇਂ ਸਤਪਾਲ ਆ, ਉਹਦੇ ਨਾਲ ਮੇਰੀ ਕੋਈ ਕੁਸ਼ਤੀ ਨਹੀਂ ਹੋਈ। ਬੁੱਧ ਸਿੰਘ ਸਾਡੇ ਪੰਜਾਬ ਦੇ ਬਹੁਤ ਟੌਪ ਦੇ ਪਹਿਲਵਾਨ ਸੀ, ਉਹਨਾਂ ਨਾਲ ਨਹੀਂ ਹੋਈ। ਮੇਰੀ ਕਰਤਾਰ ਨਾਲ ਕੁਸ਼ਤੀ ਹੋਈ ਮੈਟ 'ਤੇ। ਹਾਂਜੀ, ਉਹ ਮੈਨੂੰ 1 ਪੁਆਇੰਟ 'ਤੇ ਜਿੱਤ ਗਿਆ ਸੀ। ਸਰਵਣ ਨੂੰ ਮੈਂ ਕਾਫੀ ਕੁਸ਼ਤੀਆਂ ਜਿੱਤਿਆ ਹੈ, ਮੈਟ 'ਤੇ ਵੀ ਔਰ ਮਿੱਟੀ 'ਚ ਵੀ। ਇਸੇ ਤਰ੍ਹਾਂ ਕੇਰ ਭਲਵਾਨ ਨੂੰ ਮੈਂ ਜਿੱਤਿਆ ਹੈ, ਮਿੱਟੀ 'ਚ ਵੀ ਔਰ ਉਹਦੇ ਵਿੱਚ ਵੀ। ਸ਼ਮੇਰ ਨੂੰ ਮੈਂ ਬਹੁਤ ਕੁਸ਼ਤੀਆਂ ਜਿੱਤਿਆ ਹੈ। ਕੇਰ ਵੀ ਮੈਨੂੰ 2 ਕੁਸ਼ਤੀਆਂ ਮਿੱਟੀ 'ਚ ਜਿੱਤ ਗਿਆ ਸੀ। ਮੈਟ 'ਤੇ ਮੈਂ ਜਿੰਨੀਆਂ ਵੀ ਕੁਸ਼ਤੀਆਂ ਕੇਰ ਨਾਲ ਲੜਿਆ, ਮੈਂ ਇਹਨੂੰ ਮੈਟਾਂ 'ਤੇ ਵੀ ਹਰਾਇਆ, ਔਰ ਮੈਟਾਂ 'ਤੇ ਜਿੰਨੀਆਂ ਹੋਈਆਂ ਸਾਰੀਆਂ ਹਰਾਇਆ। ਔਰ ਵਾਣ ਦੇ ਵਿੱਚ ਵੀ ਮੈਨੂੰ ਵੀ ਉਹ 2 ਕੁਸ਼ਤੀਆਂ, ਵਾਣ 'ਚ ਇੱਕ ਮਹਿਤਪੁਰ ਅਤੇ ਇੱਕ ਸਾਡੀ ਹੋਰ ਹੋਈ ਉੱਥੇ ਨੇ ਕੋਟ ਬਾਦਲ ਖਾਂ, ਅੱਧੇ ਮਿੰਟ 'ਚ ਮੇਰੀਆਂ ਦੋਵੇਂ ਕੁਸ਼ਤੀਆਂ ਜਿਹੜੀਆਂ ਉਹਦੇ ਨਾਲ 35-30 ਸਕਿੰਟ 'ਤੇ ਵਿਗੜ ਗਈਆਂ। ਹਾਂਜੀ, ਹੋਰ ਉਸ ਟਾਈਮ ਦੇ ਜਿਹੜੇ ਮੇਰੇ ਸਮਕਾਲੀ ਪਹਿਲਵਾਨ ਸੀ, ਦਰਸ਼ਨ ਪਹਿਲਵਾਨ ਬਹੁਤ ਵਧੀਆ ਪਹਿਲਵਾਨ ਹੋਏ ਆ। ਕਈ ਕੁਸ਼ਤੀਆਂ ਮੈਂ ਢਾਇਆ ਵੀ, ਕਿ ਬਰਾਬਰ ਵੀ ਸਾਡੇ ਹੋਈਆਂ। ਬੂਟੀ ਪਹਿਲਵਾਨ ਸੀਗੇ ਦੁਆਬੇ ਤੋਂ, ਰਾਣਾ ਪਹਿਲਵਾਨੀ ਫਿਰੋਜ਼ਪੁਰ ਤੋਂ। ਹਾਂਜੀ, ਹੋਰ ਵੀ ਜਿੰਨੇ ਵੀ ਮੇਰੇ ਸਮਕਾਲੀ ਪਹਿਲਵਾਨ ਸੀ, ਤਕਰੀਬਨ ਸਾਰਿਆਂ ਨਾਲ ਕੁਸ਼ਤੀਆਂ ਮੇਰੀਆਂ ਹੁੰਦੀਆਂ ਰਹੀਆਂ ਨੇ। ਮੈਟ 'ਤੇ ਵੀ ਹੋਈਆਂ ਨੇ ਔਰ ਮਿੱਟੀ 'ਚ ਵੀ ਹੋਈਆਂ ਨੇ। ਮੈਂ 10 ਓਪਨ ਪੰਜਾਬ ਲੜਿਆ ਹੈ ਮੈਟ 'ਤੇ, ਮੈਂ 10 ਹੀ ਮੇਰੇ ਗੋਲਡ ਨੇ। 9 ਪੰਜਾਬ ਕੇਸਰੀ ਮੈਂ ਲੜਿਆ, ਜਿਨ੍ਹਾਂ ਵਿੱਚੋਂ 7 ਵਾਰ ਮੈਂ ਪੰਜਾਬ ਕੇਸਰੀ ਬਣਿਆ। 1 ਵਾਰੀ ਮੈਨੂੰ ਹਰਾਇਆ ਗਿਆ, 1 ਵਾਰੀ ਕਰਤਾਰ ਪਹਿਲਵਾਨ ਤੋਂ 1 ਪੁਆਇੰਟ 'ਤੇ ਮੈਂ ਲੂਜ਼ ਹੋ ਗਿਆ। ਹਾਂਜੀ। ਦੇਖੋ ਜੀ, ਜਿਹੜਾ ਪੰਜਾਬ ਕੇਸਰੀ ਦਾ ਪਹਿਲਾ ਟਾਈਟਲ ਸੀ, ਉਹ ਤੁਸੀਂ ਕਿੱਥੋਂ ਜਿੱਤਿਆ ਸੀਗਾ? ਉਹ ਅਨੰਦਪੁਰ ਸਾਹਿਬ ਤੋਂ ਜਿੱਤਿਆ ਸੀ ਜੀ, ਪਹਿਲਾ ਟਾਈਟਲ ਪੰਜਾਬ ਕੇਸਰੀ ਦਾ ਜੀ। ਪਹਿਲਵਾਨ ਜੀ ਗੱਲ ਕਰੀਏ ਅੱਜ ਪੰਜਾਬ ਦੀ ਪਹਿਲਵਾਨੀ ਦਾ, ਤੇ ਮੈਟ ਤੋਂ ਵੇਖੀਏ ਤੇ ਆਪਾਂ ਮਤਲਬ ਹਰਿਆਣੇ ਨਾਲੋਂ ਲੈ ਲਈਏ ਜਾਂ ਦਿੱਲੀ ਨੂੰ, ਮਹਾਰਾਸ਼ਟਰ ਨੂੰ, ਬਹੁਤ ਪਿੱਛੇ ਚੱਲ ਗਏ। ਮੈਟ ਦੀ ਇੰਨੀ ਕਿਉਂ ਭਵਾਨੀ ਜਿਹੜੀ ਪਿੱਛੇ ਜਾਣ ਡਈ ਹੈ? ਉਹ ਇਹ ਆ ਵੀ ਮੈਟ ਦੀ ਭਲਵਾਨੀ ਦਾ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ। ਮੇਰੇ ਕੋਲੋਂ ਮੈਂ ਇੱਕ ਤਕਰੀਬਨ 1.25 ਕਰੋੜ ਰੁਪਈਆ ਲਾਈ ਬੈਠਾ ਹੈ, ਔਰ ਜਿਹੜੀ ਹਰਿਆਣੇ ਦੀ ਪਹਿਲਵਾਨੀ ਆ, ਉਹ ਸਾਥੋਂ ਕੋਈ ਜ਼ਿਆਦਾ ਤਕੜੇ ਨਹੀਂ ਜਾਂ ਕੁਛ ਨਹੀਂ। ਉਹਨਾਂ ਨੂੰ ਕੋਚ ਇੰਨੇ ਕੁ ਦਿੱਤੇ ਗਏ ਨੇ, ਉਹਨਾਂ ਦੇ ਖਾੜਿਆਂ ਦੇ ਸਹੂਲਤਾਂ ਇੰਨੀਆਂ ਕੁ ਦਿੱਤੀਆਂ ਗਈਆਂ ਨੇ। ਉਹਨਾਂ ਦੇ ਜੇ ਕੋਈ ਜੂਨੀਅਰ ਦੇ ਵਿੱਚ ਬੰਦਾ ਆ ਜਾਂਦਾ ਆ, ਮੈਡਲ ਲੈ ਆਉਂਦਾ ਆ, ਉਹਨੂੰ ਗੌਰਮੈਂਟ ਪੈਸੇ ਦਿੰਦੀ ਆ, ਉਹਨੂੰ ਬਕਾਇਦਾ ਕੋਚ ਦਿੰਦੀ ਆ, ਉਹਨਾਂ ਨੂੰ ਖਾੜਾ, ਹਰ ਇੱਕ ਚੀਜ਼ ਪ੍ਰੋਵਾਈਡ ਕਰਦੀ ਹੈ ਜੀ। ਸਾਡੇ ਜਿੱਥੇ 2 ਲੱਖ ਰੁਪਈਆ ਦਿੰਦੇ ਆ, ਉਹਨਾਂ ਦੇ ਉੱਥੇ 20 ਲੱਖ ਰੁਪਈਆ ਦਿੰਦੇ ਨੇ।
ਇਸ ਕਰਕੇ ਜਿਹੜੇ ਪਹਿਲਵਾਨ ਨੇ ਉਧਰ ਨੂੰ ਤਰਜੀਹ ਜ਼ਿਆਦਾ ਦਿੰਦੇ, ਕਿਉਂਕਿ ਗੌਰਮੈਂਟ ਉਹਨਾਂ ਦੀ ਹੈਲਪ ਕਰਦੀ ਆ। ਮੈਂ 1.25 ਕਰੋੜ ਦੇ ਵਿੱਚੋਂ ਰਜਿਸਟਰੀ ਪਾ ਕੇ ਜਾਂ ਆ ਮਕਾਨ ਬਣਾ ਕੇ ਦੇਣ ਦਾ ਬੱਚਿਆਂ ਨੂੰ, ਅਸੀਂ ਕਿਸੇ ਬੱਚੇ ਕੋਲੋਂ ਕੋਈ ਪੈਸੇ ਨਹੀਂ ਗੇ ਲੈਂਦੇ ਔਰ ਕੋਈ ਕੁਛ ਨਹੀਂ ਗਾ। ਇਹਦੇ ਵਿੱਚ 3 ਲੱਖ ਰੁਪਈਆ ਇੱਕ ਸਰਦਾਰ ਬ੍ਰਹਮਪੁਰਾ ਰਣਜੀਤ ਸਿੰਘ ਜੀ ਉਹਨਾਂ ਨੇ ਦਿੱਤੇ ਨੇ। ਹੋਰ ਕਿਸੇ MLA MP ਜਾਂ ਗੌਰਮੈਂਟ ਨੇ, ਸਾਡੇ ਕੋਲ ਤਕਰੀਬਨ 60 ਬੱਚੇ ਪ੍ਰੈਕਟਿਸ ਕਰਦੇ ਆ, ਕਿਤੇ ਇੱਕ ਟਰੈਕ ਸੂਟ ਵੀ ਨਹੀਂ ਕਿਸੇ ਬੱਚੇ ਨੂੰ ਦਿੱਤਾ ਵੀ ਇੱਕ 10 ਰੁਪਈਆਂ ਦੇ ਸਾਡੇ MLA ਸਾਹਿਬ ਜਾਂ ਸਾਡੇ MP ਸਾਹਿਬ ਜਾਂ ਸਾਡੇ ਹੋਰ ਵੀ ਕਿਸੇ ਨੇ ਕਦੀ ਕੋਈ ਸਾਡੀ ਮਦਦ ਨਹੀਂ ਕੀਤੀ। ਤੇ ਪਹਿਲਵਾਨ ਜੀ ਜਿਹੜੇ ਆ ਬੱਚੇ ਪ੍ਰੈਕਟਿਸ ਕਰਦੇ ਨੇ ਪੰਜਾਬ ਤੋਂ ਨੇ ਜਾਂ ਵੱਖਰੀ ਸਟੇਟਾਂ ਤੋਂ ਹੈਗੇ ਆ? ਇਹ ਵੱਖਰੀਆਂ ਸਟੇਟਾਂ ਤੋਂ ਵੀ ਨੇ, ਦਿੱਲੀ ਤੋਂ ਵੀ ਰਹਿੰਦੇ ਆਣ ਕੇ, ਹਰਿਆਣੇ ਤੋਂ ਵੀ ਨੇ, ਮਹਾਰਾਸ਼ਟਰ ਤੋਂ ਵੀ ਨੇ। ਜਿਹੜਾ ਵੀ ਕੋਈ ਬੱਚਾ ਇੱਥੇ ਆ ਜਾਂਦਾ ਕਿਸੇ ਵੀ ਸਟੇਟ ਤੋਂ ਆ ਜਾਂਦਾ, ਅਸੀਂ ਉਹਨੂੰ ਜੀ ਆਇਆਂ ਕਹਿੰਦੇ ਆ ਔਰ ਉਹਨੂੰ ਇੱਥੇ ਰਹਿਣ ਲਈ ਰਿਹਾਇਸ਼ ਪ੍ਰੋਵਾਈਡ ਕਰਦੇ ਆ। ਹੋਰ ਵੀ ਉਹਦੀ ਮਿਹਨਤ ਕਰਵਾਉਂਦੇ ਆ। ਨਾ ਸਾਡੇ ਕੋਲ ਕੋਈ ਟ੍ਰੇਨਿੰਗ ਸ਼ੁਦਾ ਕੋਚ ਹੀ ਆ ਕੋਈ ਜਿਹੜਾ ਮਹਿਕਮੇ ਵੱਲੋਂ ਸਾਨੂੰ ਦਿੱਤਾ ਜਾਵੇ। ਹਾਂਜੀ, ਇਹ ਹੋਰ ਹਰਿਆਣੇ, ਯੂਪੀ, ਮਹਾਰਾਸ਼ਟਰ ਜਾਂ ਦਿੱਲੀ ਦੇ ਪਹਿਲਵਾਨ ਅੱਜ ਤੋਂ 20-25 ਸਾਲ ਪਹਿਲਾਂ ਸਾਡੇ ਪਹਿਲਵਾਨ ਉਹਨਾਂ ਨਾਲੋਂ ਚੰਗੇ ਸੀਗੇ। ਸਿਰਫ ਇਹ ਆ ਵੀ ਸਾਡੀ ਗੌਰਮੈਂਟ ਜਿਹੜੀ ਆ ਉਹ ਸਾਨੂੰ ਕੋਈ ਸਹੂਲਤ ਨਹੀਂ ਦੇ ਰਹੀ, ਕਿਸੇ ਪਹਿਲਵਾਨ ਨੂੰ ਕੋਈ ਨੌਕਰੀ ਨਹੀਂ ਦੇ ਰਹੀ, ਕਿਸੇ ਨੂੰ ਕੁਛ ਨਹੀਂ। ਨੌਕਰੀ ਮਿਲਣੀ ਆ ਤੇ ਸਿਫਾਰਿਸ਼ ਵਾਲੇ ਨੂੰ ਮਿਲਣੀ ਆ, ਉਹ ਵੀ ਉਹਦੇ ਲੈਵਲ ਦੀ ਨਹੀਂ ਮਿਲਣੀ। ਹਰਿਆਣੇ ਦੇ ਵਿੱਚ ਇੱਕ ਛੋਟੇ ਲੈਵਲ ਦੇ ਪਹਿਲਵਾਨ ਨੂੰ ਵਧੀਆ ਨੌਕਰੀ ਦੇ ਕੇ ਨਵਾਜਿਆ ਜਾਂਦਾ ਹੈ। ਇੱਕ ਪਹਿਲਵਾਨ ਮਹਾਰਾਸ਼ਟਰ ਆ, ਉਹਨਾਂ ਦੇ ਇੱਕ ਆਪਣੇ ਹਿੰਦੁਸਤਾਨ ਦੀ 3 ਨੰਬਰ ਦੀ ਜੋੜ ਭਲਵਾਨ ਆ, ਬੜਾ ਵਧੀਆ। ਉਹ 3 ਵਾਰੀ ਮਹਾਰਾਸ਼ਟਰ ਕੇਸਰੀ ਬਣ ਗਿਆ ਔਰ ਉਹਨੂੰ ਉਹਨਾਂ ਨੇ ਡਿਪਟੀ ਰੱਖਿਆ ਡਾਇਰੈਕਟ ਭਰਤੀ। ਔਰ ਮੈਂ 7 ਵਾਰੀ ਪੰਜਾਬ ਕੇਸਰੀ ਬਣਿਆ ਤੇ 2 ਵਾਰੀ ਰਨਰ ਅਪ ਹੋਇਆ ਹੈ। ਔਰ ਮੈਨੂੰ ਕਿਸੇ ਬੰਦੇ ਨੇ ਟੀਮ ਨਹੀਂ ਮਾਰੀ। ਸਾਡੇ ਹੋਰ ਵੀ ਜਿਹੜੇ ਸਾਲ ਬ ਸਾਲ ਬਣਦੇ ਆਏ ਨੇ, ਕਿਸੇ ਬੰਦੇ ਨੂੰ ਵੀ ਨੌਕਰੀ ਨਹੀਂ ਦਿੱਤੀ ਗਈ। ਕੁਝ ਤੇ ਸਾਡੇ ਗਰੀਬ ਘਰਾਂ ਦੇ ਪਹਿਲਵਾਨ ਸੀ, ਉਹ ਹੌਲੀ ਹੌਲੀ ਪਹਿਲਵਾਨੀ ਛੱਡਣੀ ਵੀ ਪਹਿਲਵਾਨੀ ਦੇ ਖਰਚੇ ਬਹੁਤ ਨੇ। ਜੋ ਪਹਿਲਵਾਨ ਕੰਮ ਨਹੀਂ ਕਰਦੇ, ਕੋਈ ਧੰਦਾ ਨਹੀਂ ਕਰਦੇ, ਬਿਜ਼ਨਸ ਨਹੀਂ ਕਰਦੇ, ਉਹਨਾਂ ਦੇ ਪਰਿਵਾਰ ਦੀ ਰੋਜੀ ਰੋਟੀ ਨਹੀਂ ਗੀ ਚੱਲਦੀ। ਇਸ ਕਰਕੇ ਉਹਨਾਂ ਨੂੰ ਪਹਿਲਵਾਨੀ ਦੇ ਵਿੱਚ ਹਰ ਇੱਕ ਪਹਿਲਵਾਨ ਨੂੰ ਜਿੰਨੀ ਉਹ ਮਿਹਨਤ ਕਰਦਾ ਹੈ, ਚਾਹੇ ਉਹ ਛੋਟਾ ਹੈ ਚਾਹੇ ਵੱਡਾ ਹੈ, ਉਹਦੀ ਉਹਨੂੰ ਉਹਦੇ ਹੱਕ ਨਹੀਂ ਮਿਲਦਾ। ਇਹ ਗੌਰਮੈਂਟ ਨੂੰ ਚਾਹੀਦਾ ਹੈ ਦਰਜੇ ਬਦਰਜੇ ਜਿਸ ਲੈਵਲ ਦਾ ਪਹਿਲਵਾਨ ਆ ਕੋਈ ਉਹ ਲੈਵਲ ਰੱਖਣ। ਜੇ ਕੋਈ ਪੰਜਾਬ ਦੇ ਫਸਟ ਆਉਂਦਾ ਹੈ ਉਹਨੂੰ ਅਸੀਂ 3rd ਕਲਾਸ 4th ਕਲਾਸ ਨੌਕਰੀ ਦੇਵਾਂਗੇ। ਜੇ ਕੋਈ ਕਿਸੇ ਦਾ ਨੈਸ਼ਨਲ 'ਚ ਮੈਡਲ ਆਉਂਦਾ ਆ ਉਹਨੂੰ ਅਸੀਂ 3rd ਕਲਾਸ ਦੀ ਦੇਵਾਂਗੇ। ਜੇ ਕੋਈ ਇੰਟਰਨੈਸ਼ਨਲ ਬਣਦਾ ਆ ਜਾਂ ਮੈਡਲ ਲਿਆਉਂਦਾ ਹੈ ਉਹਨੂੰ ਅਸੀਂ ਇਸ ਲੈਵਲ ਦੀ ਨੌਕਰੀ ਦੇਵਾਂਗੇ। ਇੱਥੇ ਕੋਈ ਵੀ ਨਹੀਂ ਪੁੱਛਦਾ। ਇਸ ਕਰਕੇ ਜਿਹੜੀ ਪਹਿਲਵਾਨੀ ਆ ਉਹ ਖੁਰਾਕ ਬਹੁਤ ਮੰਗਦੀ ਆ ਔਰ ਉਹ ਟਾਈਮ ਬਹੁਤ ਮੰਗਦੀ ਆ ਔਰ ਉਹ ਮਿਹਨਤ ਬਹੁਤ ਮੰਗਦੀ ਆ। ਇਸ ਕਰਕੇ ਇਹਦੇ ਤੋਂ ਸਾਡੇ ਬੱਚੇ ਜਿਹੜੇ ਉਹ ਦੂਰ ਭੱਜੀ ਜਾ ਰਹੇ ਨੇ, ਕਿਉਂਕਿ ਸਾਡੀ ਬਾਂਹ ਫੜਨ ਵਾਲਾ ਕੋਈ ਨਹੀਂ ਗਾ, ਕੋਈ ਸੰਸਥਾ ਨਹੀਂ ਗੀ, ਕੋਈ ਗੌਰਮੈਂਟ ਨਹੀਂ, ਕੋਈ ਕੁਛ ਨਹੀਂ। ਪਹਿਲਵਾਨ ਜੀ ਪੰਜਾਬ ਦੇ ਮੈਂ ਬਹੁਤ ਵੱਡੇ ਪਹਿਲਵਾਨ ਹੋਏ ਜਿਨ੍ਹਾਂ ਨੂੰ ਮੈਂ ਸਾਰਿਆਂ ਨੂੰ ਤਕਰੀਬਨ ਮਿਲਿਆ, ਤੇ ਇਹੋ ਜਿਹੇ ਕੀ ਕਾਰਨ ਰਹੇ ਕਿ ਬਹੁਤ ਪਹਿਲਵਾਨ ਹੈਗੇ ਜਿਨ੍ਹਾਂ ਨੂੰ ਮਤਲਬ ਦਬਾਇਆ ਗਿਆ, ਅੱਗੇ ਨਹੀਂ ਆਉਣ ਦਿੱਤਾ? ਕਿਉਂਕਿ ਨੈਸ਼ਨਲ ਪੱਧਰ ਤੇ ਵੀ ਸੀਗੇ, ਕੋਈ ਉਹਨਾਂ ਨੂੰ ਸੁਵਿਧਾ ਨਹੀਂ ਦਿੱਤੀ ਗਈ, ਅਣਦੇਖੀ ਕੀਤੀ ਗਈ ਗੌਰਮੈਂਟ ਵੱਲੋਂ। ਇਹਦਾ ਕੀ ਕਾਰਨ ਰਿਹਾ ਜ਼ਿਆਦਾ? ਇੱਕ ਪਹਿਲਵਾਨ ਨਹੀਂ ਗਾ, ਬਹੁਤ ਪਹਿਲਵਾਨ ਨੇ ਜਿਹੜੇ ਕਿ ਉਹ ਓਲੰਪਿਕ ਵਗੈਰਾ ਵੀ ਖੇਡੇ ਆ, ਏਸ਼ੀਅਨ ਮੈਡਲਿਸਟ ਨੇ, ਹੋਰ ਵੀ ਨੇ, ਜਿਵੇਂ ਪਲਵਿੰਦਰ ਚੀਮਾ ਹੈ। ਹਾਂਜੀ, ਉਹ ਡਿਊਟੀਆਂ 'ਤੇ ਚੜ੍ਹਿਆ ਫਿਰਦਾ ਹੈ। ਹਾਂਜੀ, ਹੋਰ ਛੋਟੇ ਲੈਵਲ ਦੇ ਪਹਿਲਵਾਨ ਨੇ ਜਿਹੜੇ ਮੇਲ ਮਿਲਾਪ ਕਰਕੇ ਵਿਹਲੇ ਤੁਰੇ ਫਿਰਦੇ ਨੇ, ਉਹ ਚੰਗੀਆਂ ਥਾਵਾਂ 'ਤੇ ਲੱਗੇ ਨੇ। ਐਡਾ ਵੱਡਾ ਪਹਿਲਵਾਨ ਹੋ ਕੇ ਤੇ ਉਹ ਰਾਤ ਦਿਨ ਡਿਊਟੀ ਦਿੰਦਾ। ਹੋਰ ਵੀ ਕਈ ਪਹਿਲਵਾਨ ਨੇ ਜਿਹੜੇ ਰਾਤ ਦਿਨ ਡਿਊਟੀਆਂ 'ਤੇ ਚੜ੍ਹੇ ਨੇ। ਹਾਂਜੀ, ਜਿਵੇਂ ਪਰਮਿੰਦਰ ਡੂਮਛੇੜੀ ਆ, ਬਹੁਤ ਵਧੀਆ ਭਲਵਾਨ ਆ, ਪਰ ਉਹਦੇ ਲੈਵਲ ਨਾਲ ਜੋ ਅਜੇ ਤੱਕ ਉਹਨੂੰ ਰੈਂਕ ਦਿੱਤਾ ਗਿਆ ਉਹ ਉਹਦੇ ਭਲਵਾਨੀ ਦੇ ਢੁੱਕਦਾ ਨਹੀਂ ਗਾ। ਹੋਰ ਕਈ ਐਸੇ ਨੇ ਜਿਨ੍ਹਾਂ ਨੇ ਮੇਲ ਮਿਲਾਪ ਕਰਕੇ ਚੰਗੀਆਂ ਨੌਕਰੀਆਂ ਲੈ ਲਈਆਂ, ਚੰਗੇ ਲੈਵਲ 'ਤੇ ਉਹ ਪਹੁੰਚ ਗਏ। ਇਸ ਕਰਕੇ ਮੈਂ ਗੌਰਮੈਂਟ ਨੂੰ ਵੀ ਔਰ ਜਿਹੜੀ ਸਾਡੀ ਐਸੋਸੀਏਸ਼ਨ ਆ ਉਹਨੂੰ ਵੀ ਬੇਨਤੀ ਕਰੂੰਗਾ ਵੀ ਪੱਖਪਾਤ ਨਾ ਕਰੋ। ਜੋ ਕਿਸੇ ਦਾ ਬਣਦਾ ਹੈ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ। ਕੋਈ ਵੀ ਪਹਿਲਵਾਨ ਆ, ਪਹਿਲਵਾਨ ਦੇ ਕੋਈ ਮਜ਼ਹਬ ਨਹੀਂ, ਕੋਈ ਜਾਤ ਨਹੀਂ ਹੁੰਦੀ।
ਇਸ ਕਰਕੇ ਪਹਿਲਵਾਨ ਤੇ ਪਹਿਲਵਾਨ ਆ, ਪਲੇਅਰ ਆ, ਕੋਈ ਵੀ ਪਲੇਅਰ ਆ ਉਹਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਔਰ ਕੌਣ ਕਰਦਾ ਵਿਤਕਰਾ? ਜਿਹੜੇ ਸਾਡੇ ਸੀਨੀਅਰ ਪਹਿਲਵਾਨ ਹੁੰਦੇ ਨੇ ਉਹੀ ਜੂਨੀਅਰਾਂ ਨਾਲ ਵਿਤਕਰਾ ਕਰਦੇ ਨੇ। ਅਫਸਰ ਸਾਹਿਬਾਨਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਨੂੰ ਗਲਤ ਗਾਈਡ ਕਰਕੇ ਉਹਨਾਂ ਕੋਲੋਂ ਕਰਵਾਇਆ ਜਾਂਦਾ। ਇਸ ਕਰਕੇ ਇਸ ਕਿਸੇ ਦਾ ਦੋਸ਼ ਨਹੀਂਗਾ, ਇਹ ਸਾਡੇ ਸਪੋਰਟਸਮੈਨਾਂ ਦਾ ਹੀ, ਸਾਡੇ ਪਹਿਲਵਾਨਾਂ ਦਾ, ਸਾਡੇ ਸਪੋਰਟਸਮੈਨਾਂ ਦਾ ਹੀ ਦੋਸ਼ ਆ, ਜਿਹੜੇ ਕਿ ਦੂਸਰੇ ਸਪੋਰਟਸਮੈਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਾ ਦਿਵਾ ਕੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਤਕਰੀਬਨ ਜਿਹੜੇ ਪੰਜਾਬ ਪੁਲਿਸ 'ਚ ਹੈਗੇ ਆ ਮੈਕਸਿਮਮ ਸਾਰੇ ਹਰਿਆਣੇ ਦੇ ਹੈਗੇ ਆ। ਕੀ ਆਪਣੇ ਪੰਜਾਬ 'ਚ ਮੁੰਡੇ ਨਹੀਂ ਸੀਗੇ ਜਿਨ੍ਹਾਂ ਨੂੰ ਜੌਬਾਂ ਨਹੀਂ ਦਿੱਤੀਆਂ ਗਈਆਂ? ਇਹ ਵੀ ਇੱਕ ਕਾਰਨ ਹੈਗਾ ਪਹਿਲਵਾਨੀ ਨੂੰ ਪਿੱਛੇ ਰਹਿਣ ਦਾ। ਇਹ ਬਹੁਤ ਕਾਰਨ ਆ। ਜਦੋਂ ਪੰਜਾਬ ਪੁਲਿਸ ਆ, ਪੰਜਾਬ ਪੁਲਿਸ ਦੇ ਵਿੱਚ ਪੰਜਾਬ ਦੇ ਹੀ ਪਹਿਲਵਾਨ ਚਾਹੀਦੇ ਸੀ ਉਸ ਟਾਈਮ ਦੇ, ਜਿਹੜੇ ਵੀ ਹਰ ਟਾਈਮ ਤੇ ਪੰਜਾਬ ਦੇ ਵਿੱਚ ਬਹੁਤ ਟੌਪ ਦੇ ਪਹਿਲਵਾਨ ਰਹੇ ਨੇ। ਉਸ ਟਾਈਮ ਤੇ ਜਿਹੜੇ ਉੱਚ ਲੈਵਲ ਦੇ ਪਹਿਲਵਾਨ ਸੀ ਜਿਹੜੇ ਸੀ, ਉਹਨਾਂ ਨੂੰ ਪੰਜਾਬ ਦੇ ਵਿੱਚ ਜੌਬ ਦਿਵਾਉਣੀ ਚਾਹੀਦੀ ਸੀ, ਨਾ ਕਿ ਹਰਿਆਣੇ ਵਾਲੇ ਵੀ ਸਾਡੇ ਪਹਿਲਵਾਨ ਨੇ, ਠੀਕ ਆ, ਪਰ ਉਹਨਾਂ ਨੂੰ ਹਰਿਆਣੇ 'ਚ ਦਿਵਾਉਣੀ ਚਾਹੀਦੀ ਸੀਗੀ। ਜਿੱਥੇ ਉਹਨਾਂ ਦਾ ਹੱਕ ਬਣਦਾ ਉੱਥੇ ਮਿਲਣੀ ਚਾਹੀਦੀ ਆ। ਉਹਨਾਂ ਨੂੰ ਦਿੱਲੀ 'ਚ ਮਿਲੇ, ਉਹਨਾਂ ਨੂੰ ਚੰਡੀਗੜ੍ਹ 'ਚ ਉਹਨਾਂ ਦਾ ਬਣਦਾ ਹਿੱਸਾ ਮਿਲੇ, ਠੀਕ ਆ ਨਾ। ਲੇਕਿਨ ਪੰਜਾਬ ਦੇ ਵਿੱਚ ਜਿਹੜੇ ਆ ਉਹਦੇ ਵਿੱਚ ਪੰਜਾਬ ਦੇ ਪਹਿਲਵਾਨਾਂ ਨੂੰ ਔਰ ਪੰਜਾਬ ਦੇ ਪਲੇਅਰਾਂ ਨੂੰ ਜੌਬ ਸਪੋਰਟਸ ਕੋਟੇ 'ਚ ਮਿਲਣੀ ਚਾਹੀਦੀ ਹੈ। ਪਹਿਲਵਾਨ ਜਦੋਂ ਵੀ ਦੰਗਲ ਸਟਾਰਟ ਹੁੰਦੇ ਨੇ, ਚਾਹੇ ਉਹ ਹਿਮਾਚਲ ਦੇ ਹੋਣ, ਪੰਜਾਬ ਦੇ ਹੋਣ, ਦੁਆਬੇ ਦੇ, ਮਾਲਵੇ ਦੇ, ਤੇ ਜ਼ਿਆਦਾਤਰ ਸੁਣਨ ਨੂੰ ਮਿਲਦਾ ਪਹਿਲਵਾਨ ਕਈ ਵਾਰ ਗਰੁੱਪ ਚੱਲਦੇ ਨੇ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਵਾਰ ਰੌਲਾ ਪੈਂਦਾ ਹੈ ਕਿ ਦਲਾਲਬਾਜ਼ੀ ਬੜੀ ਚੱਲਦੀ ਹੈ। ਕਮੇਟੀਆਂ ਤਾਂ ਇਹੋ ਜਿਹਾ ਕੰਮ ਨਹੀਂ ਕਰਦੀਆਂ ਕਿਉਂਕਿ 1-1 ਰੁਪਈਆ ਇਕੱਠਾ ਕਰਦੀਆਂ ਨੇ, ਤੇ ਇਹ ਦਲਾਲਬਾਜ਼ੀ ਕਿਸ ਤਰ੍ਹਾਂ ਖਤਮ ਹੋਊਗੀ? ਇਹ ਆ ਵੀ ਇਹ ਸਾਡੇ ਟਾਈਮ ਤੇ ਇਹ ਕੰਮ ਨਹੀਂ ਸੀ ਹੁੰਦਾ। ਪੰਚਾਇਤ ਸਿੱਧੇ ਪੈਸੇ ਦਿੰਦੀ ਸੀ ਜਿਹੜੇ ਵੀ ਪਹਿਲਵਾਨ ਨੂੰ। ਪਹਿਲੀ ਗੱਲ ਤੇ ਉਦੋਂ ਕੁਸ਼ਤੀਆਂ ਇਸ ਤਰ੍ਹਾਂ ਵੱਜਦੀਆਂ ਨਹੀਂ, ਕੋਈ ਵਿਰਲੀ ਕੁਸ਼ਤੀ ਵੱਜਦੀ ਸੀ ਔਰ ਉਹ ਪੰਚਾਇਤ ਸਿੱਧੇ ਪੈਸੇ ਦਿੰਦੀ ਸੀ ਬੈਠ ਕੇ। ਹੁਣ ਕੀ ਕਰਦੇ ਨੇ, ਜਿਹੜੇ ਬੰਦੇ ਕੁਸ਼ਤੀਆਂ ਬਣਾਉਂਦੇ ਨੇ ਹਿਮਾਚਲ ਦੇ ਵਿੱਚ, ਪਹਾੜ ਦੇ ਵਿੱਚ, ਕਈ ਵਾਰੀ ਮੈਂ ਵੇਖਿਆ ਹੈ, ਸੁਣਨ ਨੂੰ ਮਿਲਿਆ ਮੈਨੂੰ, ਸਾਡੇ ਨਾਲ ਤਾਂ ਨਹੀਂ ਇਹ ਖੈਰ ਹੁੰਦੀ, ਸਾਡੇ ਨਾਲ ਤਾਂ ਜੋ ਪੰਚਾਇਤ ਕਰਕੇ ਜਾਂਦੀ ਆ, ਉਹ ਜਿਹੜੇ ਸਾਡੇ ਨਾਲ ਮੁੰਡੇ ਨੇ 5-4 ਜਿੰਨੇ ਵੀ ਉਹਨਾਂ ਨਾਲ ਪੈਸੇ ਕੀਤੇ ਹੁੰਦੇ ਨੇ, ਉਹਨਾਂ ਨੂੰ ਉਹ ਪੂਰੇ ਦੇ ਪੂਰੇ ਮਿਲ ਜਾਂਦੇ ਨੇ। ਪਰ ਬਹੁਤੇ ਵਾਰ ਕੀ ਹੁੰਦਾ ਹੈ, ਜਿਵੇਂ ਇੱਕ ਮੋਟਰਸਾਈਕਲ ਆ, ਉਹ 5-4 ਜਣਿਆਂ ਨੇ ਵੰਡ ਲੈਣਾ ਆ, ਉਹ ਉਸ ਬੰਦੇ ਤੱਕ ਪੈਸੇ ਪਹੁੰਚਦੇ ਨਹੀਂ ਉਹਨੇ ਜਿੰਨੇ ਉਹਦੇ ਕੀਤੇ ਜਾਂਦੇ ਨੇ। ਉਹ ਥੱਲੇ ਕੁਸ਼ਤੀ ਬਣਾਉਣ ਵਾਲੇ ਜਿਹੜੇ ਦਲਾਲ ਨੇ ਜਾਂ ਜਿਹੜੇ ਹੋਰ ਦੂਜੇ 2 ਨੰਬਰ ਦੇ ਬੰਦੇ ਨੇ, ਉਹ ਹੀ ਉਹਦਾ ਘਾਲਾ ਮਾਲਾ ਕਰਕੇ, ਇਹ ਆਮ ਚੱਲਦਾ ਹੈ ਦੁਆਬੇ ਦੇ ਵਿੱਚ ਔਰ ਉੱਥੇ ਹਿਮਾਚਲ ਦੇ ਵਿੱਚ ਇਹ ਕੰਮ ਜ਼ਿਆਦਾ ਸੁਣਨ ਨੂੰ ਆਇਆ ਹੈ। ਇਹ ਜਿਹੜਾ ਕੰਮ ਆ ਇਹ ਨਹੀਂ ਚਾਹੀਦਾ। ਇਹ ਉਹਨਾਂ ਪਹਿਲਵਾਨਾਂ ਦੇ ਉੱਤੇ ਬੜਾ ਅਸਰ ਪੈਂਦਾ ਹੈ। ਪਿੱਛੋਂ ਤੇ ਉਹਨਾਂ ਦਾ ਆਉਂਦਾ 20,000 ਰੁਪਈਆ, ਲੇਕਿਨ ਉਹਨਾਂ ਨੂੰ ਮਿਲਦਾ 5,000 ਰੁਪਈਆ। ਇਸ ਕਰਕੇ ਮੈਂ ਹਰੇਕ ਨੂੰ ਕਹੂੰਗਾ ਵੀ ਆਪਣੇ ਹੱਕ ਸੱਚ ਦੀ ਕਮਾਈ ਖਾਓ। ਇਹ ਜਿਹੜੇ 2 ਨੰਬਰ ਦੇ ਪੈਸੇ ਲੈਣੇ ਆ ਜਾਂ ਕਿਸੇ ਦੇ ਨਾਂ ਤੇ ਪੈਸੇ ਲੈ ਕੇ ਉਹਨੂੰ ਅੱਗੇ ਨਾ ਦੇਣੇ, ਇਹ ਵੀ ਇੱਕ ਬਹੁਤ ਗਲਤ ਆ। ਇਹਦਾ ਜਿਹੜਾ ਇਹ ਵਜ੍ਹਾ ਇਹ ਬਹੁਤ ਮਾੜਾ ਹੈ। ਔਰ ਸਾਨੂੰ ਪਹਿਲਵਾਨਾਂ ਨੂੰ, ਜਿਹਨੇ ਪਹਿਲਵਾਨੀ ਕਰਦਾ ਹੈ ਜਾਂ ਜਿਹਨੇ ਕੀਤੀ ਆ, ਉਹ ਕੋਈ ਵਿਰਲਾ ਹੀ ਆ ਐਸਾ ਜਿਹੜਾ, ਔਰ ਜਿਹੜਾ ਪਹਿਲਵਾਨੀ ਹੈ ਜਿਹੜੇ ਉਹ ਇਸ ਧੰਦੇ 'ਚ ਪਏ ਨੇ, ਮੈਂ ਉਹਨਾਂ ਅੱਗੇ ਬੇਨਤੀ ਕਰੂੰਗਾ ਭਈ ਪਹਿਲਵਾਨੀ ਬਹੁਤ ਸਖਤ ਆ ਔਰ ਬੜੀ ਮਹਿੰਗੀ ਆ। ਉਹਨਾਂ ਪਹਿਲਵਾਨਾਂ ਨਾਲ ਇਸ ਤਰ੍ਹਾਂ ਨਾ ਕੀਤਾ ਜਾਵੇ। ਉਹਨਾਂ ਨੂੰ ਜੋ ਪਿੱਛੋਂ ਉਹਨਾਂ ਦਾ ਹੱਕ ਮਿਲਦਾ, ਹਾਂ ਤੁਹਾਨੂੰ ਉਹ ਖੁਸ਼ੀ ਨਾਲ 200, 400, 500 ਦਿੰਦੇ ਆ, ਲਓ, ਲੇਕਿਨ ਉਹਨਾਂ ਨੂੰ ਗਰਸ ਕੇ ਵੀ ਤੇਰੇ ਨਾਲ ਤੇ ਅਸੀਂ ਇੰਨੇ ਕੀਤੇ, ਅੱਗੋਂ ਜੋ ਅਸੀਂ ਮਰਜ਼ੀ ਲੈ ਲਈਏ, ਇਹ ਕੰਮ ਨਾ ਕਰੋ। ਕਿਉਂਕਿ ਜਿਹੜੀਆਂ ਪੰਚਾਇਤਾਂ ਨੇ, ਕਮੇਟੀਆਂ ਨੇ, ਉਹ ਬੜੇ ਜ਼ੋਰ ਲਾ ਕੇ ਰੁਪਈਆ 10-10, 20-20 ਰੁਪਈਏ ਇਕੱਠੇ ਕਰਕੇ ਪਿੰਡਾਂ ਦੀਆਂ ਸੁੱਖਾਂ ਦੀਆਂ ਛਿੰਝਾਂ ਹੁੰਦੀਆਂ ਨੇ ਔਰ ਉਹ ਕਰਾਉਂਦੇ ਨੇ। ਔਰ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਆਪਣੇ ਪਿੰਡ ਪਹਿਲਵਾਨ ਲਿਆਈਏ, ਉਹਨਾਂ ਦਾ ਸੇਵਾ ਪਾਣੀ ਕਰੀਏ, ਉਹਨਾਂ ਨੂੰ ਪੈਸੇ ਦੇਈਏ। ਪੰਚਾਇਤਾਂ ਜਿਹੜੀਆਂ ਨੇ, ਕਮੇਟੀਆਂ ਨੇ, ਉਹ ਬੜਾ ਵਧੀਆ ਕੰਮ ਕਰ ਰਹੀਆਂ ਨੇ, ਲੇਕਿਨ ਜਿਹੜੇ ਵਿੱਚ ਦਲਾਲ ਨੇ, ਮੈਂ ਉਹਨਾਂ ਅੱਗੇ ਬੇਨਤੀ ਕਰੂੰਗਾ ਵੀ ਤੁਸੀਂ ਪਹਿਲਵਾਨਾਂ ਦਾ ਗਲਾ ਨਾ ਘੁੱਟੋ। ਇਹ ਐਡਾ ਵਧੀਆ ਕੰਮ ਨਹੀਂ ਹੁੰਦਾ, ਕਿਉਂ ਕਿ ਕਿਸੇ ਦਾ ਵੀ ਹੱਕ ਮਾਰਨਾ ਜਿਹੜਾ ਉਹ ਜਾਇਜ਼ ਨਹੀਂ ਗਾ। ਤੇ ਪਹਿਲਵਾਨ ਜੀ, ਜਦੋਂ ਤੁਹਾਡੇ ਸਮੇਂ 'ਚ ਕੁਸ਼ਤੀ ਹੁੰਦੀ, ਹੁਣ ਤਾਂ ਮੋਟਰ ਗੱਡੀਆਂ ਦਾ ਇੰਨਾ ਕੁ ਹੋ ਗਿਆ ਕਿ ਸਵੇਰੇ ਰਾਤ ਨੂੰ ਛਿੰਝ ਲੜ ਕੇ ਆਉਂਦੇ ਨੇ, ਫਿਰ ਖਾੜੇ ਜਾਂਦੇ, ਫਿਰ ਵਾਪਸੀ। ਤੇ ਤੁਹਾਡੇ ਸਮੇਂ 'ਚ ਮਤਲਬ ਕਿਸ ਤਰ੍ਹਾਂ ਚੱਲਦਾ ਸੀਗਾ? ਸਾਡੇ ਟਾਈਮ ਇਸ ਤਰ੍ਹਾਂ ਦਾ ਸੀ, ਜਿਹੜੇ ਪਿੰਡ ਛਿੰਝ ਆ ਉੱਥੇ ਹੀ ਰਹਿੰਦੇ ਸੀ ਜ਼ਿਆਦਾਤਰ। ਜੇ ਕੋਈ ਅਗਲੇ ਲਾਗੇ ਪਿੰਡ ਛਿੰਝ ਆ, ਕੁਛ ਪਹਿਲਵਾਨ ਉੱਥੇ ਚਲੇ ਜਾਂਦੇ। ਕਈਆਂ ਪਿੰਡਾਂ ਦੇ ਵਿੱਚ ਇੱਕ ਵਾਰ ਸਵੇਰੇ ਹੁੰਦੀ ਸੀ, ਇੱਕ ਵਾਰ ਸ਼ਾਮ ਨੂੰ ਛਿੰਝ ਹੁੰਦੀ ਸੀ।
ਤਕਰੀਬਨ ਤਿੰਨ ਚੌਂ ਮਹੀਨੇ ਪਿੰਡ ਪਹਿਲਵਾਨ ਮੁੜਦੇ ਸੀਗੇ। ਉਦੋਂ ਜਿਹੜੀ ਸੰਗਤ ਹੁੰਦੀ ਸੀ, ਪਿੰਡਾਂ ਵਾਲੇ ਹੁੰਦੇ ਸੀ, ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਹੁੰਦੇ ਸੀਗੇ। ਉਹ ਸਾਨੂੰ ਖੁਰਾਕ ਦਿੰਦੇ ਸੀਗੇ, ਬਦਾਮ ਦਿੰਦੇ ਸੀਗੇ, ਖੰਡ ਦਿੰਦੇ ਸੀ, ਪੱਤੀ ਦਿੰਦੇ ਸੀ, ਦੁੱਧ ਦਿੰਦੇ ਸੀ। ਹਰ ਇੱਕ ਘਰ ਚੋਂ ਇੱਕ ਦੋ ਪਹਿਲਵਾਨ ਠਹਿਰੇ ਹੁੰਦੇ ਸੀ। ਕਈਆਂ ਦੀਆਂ ਤੇ ਜਿਵੇਂ ਸਾਡੀਆਂ ਹੀ, ਸਾਡੇ ਉਸਤਾਦ ਜੀ ਹੁਣਾਂ ਦੀਆਂ ਸੀ ਪੱਕੀਆਂ 18 ਸੀ, ਬਹੁਤੇ ਪਹਿਲਵਾਨਾਂ ਦੀਆਂ 18 ਜਿਹੜੀਆਂ ਉਹ ਪੱਕੀਆਂ ਸੀਗੀਆਂ। ਉਹ ਉੱਥੇ ਹੀ ਠਹਿਰਦੇ ਸੀ ਉਹਨਾਂ 18 ਤੇ। ਔਰ ਬਹੁਤ ਜ਼ਿਆਦੀ ਦੁਆਬੇ ਮਾਲਵੇ ਦੇ ਵਿੱਚ ਸਾਡੇ ਇੱਧਰ ਦੰਗਲ ਘੱਟ ਹੁੰਦੇ ਨੇ, ਦੁਆਬੇ ਮਾਲਵੇ ਦੇ ਵਿੱਚ ਬਹੁਤ ਸੇਵਾ ਕਰਦੇ ਸੀ ਲੋਕ। ਹਾਂ, ਉਹ ਉੱਥੇ ਜਿਨ੍ਹਾਂ ਘਰਾਂ ਦੇ ਵਿੱਚ ਰਹਿੰਦੇ ਹਾਂ, ਉਹ ਬੀਬੀਆਂ ਭੈਣਾਂ ਸਾਨੂੰ ਆਪਣੇ ਪਰਿਵਾਰ ਵਾਂਗੂ ਹੀ, ਸਾਡੀਆਂ ਭੈਣਾਂ ਵਾਂਗੂ, ਸਾਡੀਆਂ ਮਾਵਾਂ ਵਾਂਗੂ ਹੀ ਉਹ ਸਾਨੂੰ ਰੋਟੀ ਪਾਣੀ ਛਕਾਉਂਦੀਆਂ ਸੀ। ਔਰ ਪੱਕੇ ਡੇਰੇ ਲੱਗੇ ਹੁੰਦੇ ਸੀਗੇ। ਅੱਜ ਵੀ ਉਹਨਾਂ ਨਾਲ ਸਾਡੇ ਮਿਲਣ ਵਰਤਨ ਨੇ। ਬਹੁਤ ਲੋਕ ਚੰਗੇ ਸੀ ਔਰ ਚੰਗੇ ਨੇ। ਪਹਿਲਵਾਨ ਜੀ ਗੱਲ ਕਰੀਏ, ਮਤਲਬ ਪਹਿਲਵਾਨੀ ਕੁਸ਼ਤੀਆਂ ਤਾਂ ਤੁਸੀਂ ਬਹੁਤ ਸਾਰੀਆਂ ਲੜੀਆਂ ਹੋਣੀਆਂ, ਪਰ ਕੋਈ ਇੱਕ ਇਹੋ ਕੁਸ਼ਤੀ ਹੋਣੀ ਜਿਹੜੀ ਮਨ ਨੂੰ ਅੱਜ ਵੀ ਯਾਦ, ਮਤਲਬ ਵਧੀਆ ਲੱਗਦੀ ਹੋਣੀ ਹੈ ਨਾ, ਵੀ ਜਿਹੜੀ ਜਿੱਤੀ ਹੋਵੇ, ਫਸਵੀਂ ਕੁਸ਼ਤੀ ਜਿਹਨੂੰ ਕਹਿ ਲੈਂਦੇ ਆਪਾਂ। ਮੇਰੀ ਜ਼ੋਰ ਤੇ ਤਕਰੀਬਨ ਸਾਰੀਆਂ ਕੁਸ਼ਤੀਆਂ 'ਚ ਹੀ ਲੱਗਦੇ ਰਹੇ ਨੇ, ਕਿਉਂਕਿ ਜ਼ੋਰ ਤੋਂ ਬਗੈਰ ਕੁਸ਼ਤੀ ਨਹੀਂ ਹੁੰਦੀ। ਪਰ ਇੱਕ ਕੁਸ਼ਤੀ ਮੇਰੀ ਜਿਹੜੀ ਸੁਰੇਸ਼ ਪਹਿਲਵਾਨ ਨਾਲ ਹੋਈ ਮੰਦਨਾ ਨੇ, ਉਹਦੇ ਵਿੱਚ ਮੇਰੇ ਜ਼ਿੰਦਗੀ 'ਚ ਜਿੰਨੇ ਜ਼ੋਰ ਲੱਗੇ ਆ, ਮੈਂ ਉਹ ਕੁਸ਼ਤੀ ਜਿੱਤ ਗਿਆ ਸੀ। ਪਰ ਉਹ ਕੁਸ਼ਤੀ ਯਾਦਗਾਰ ਵੀ ਆ, ਕਿਉਂਕਿ ਉਹ ਬਹੁਤ ਟੌਪ ਦਾ ਔਰ ਸੀਨੀਅਰ ਪਹਿਲਵਾਨ ਸੀ, ਬਹੁਤ ਵਧੀਆ ਪਹਿਲਵਾਨ ਸੀਗੇ। ਮੈਂ ਜਿੱਦਣ ਉਹਨਾਂ ਨੂੰ ਜਿੱਤਿਆ, ਉਹ ਅੱਜ ਵੀ ਕੁਸ਼ਤੀ ਜਿਹੜੀ ਆ ਉਹ ਮੇਰੇ ਖਿਆਲ YouTube 'ਤੇ ਹੈ, ਉਹ ਭੁੱਲਣਯੋਗ ਨਹੀਂ ਗੀ। ਕੁਸ਼ਤੀਆਂ ਤਾਂ ਸਾਰੀਆਂ ਹੀ ਵੀ ਵਧੀਆ ਹੁੰਦੀਆਂ ਨੇ, ਪਰ ਕੋਈ ਇੱਕ ਦੋ ਇਹੋ ਜਿਹੀਆਂ ਹੁੰਦੀਆਂ ਨੇ ਵੀ ਜਿਹੜੀਆਂ ਨੂੰ ਲੋਕ ਵੀ ਯਾਦ ਕਰਦੇ ਨੇ, ਆਪ ਤੇ ਕਰਨਾ ਹੀ ਹੁੰਦਾ ਹੈ। ਉਹ ਕੁਸ਼ਤੀ ਮੇਰੀ ਜਿਹੜੀ ਸੀ, ਉਹ ਮੇਰਾ ਦੋਸਤ ਵੀ ਸੀ, ਪਹਿਲਾਂ ਵੀ ਦੋਸਤ ਸੀ, ਹੁਣ ਵੀ ਮੇਰਾ ਦੋਸਤ ਹੈ। ਉਹ ਅਸੀਂ ਵਿਆਹ ਸ਼ਾਦੀ ਆਉਣੇ ਜਾਂਦੇ ਹਾਂ, ਲੇਕਿਨ ਕੁਸ਼ਤੀ ਜਿਹੜੀ ਸਾਡੀ ਸੀ ਉਹ ਕੁਸ਼ਤੀ ਕਾਂਡਾ ਸੀ। ਇਸੇ ਤਰ੍ਹਾਂ ਇੱਕ ਵਿਸ਼ਨੂੰ ਜੋਸ਼ਲੇਕਰ ਪਹਿਲਵਾਨ ਆ ਮਹਾਰਾਸ਼ਟਰ ਤੋਂ, ਉਹਦੀਆਂ ਮੇਰੀਆਂ 3 ਕੁਸ਼ਤੀਆਂ ਹੋਈਆਂ ਔਰ ਤਿੰਨੇ ਕੁਸ਼ਤੀਆਂ ਉਹ ਯਾਦਗਾਰ ਸੀਗੀਆਂ। ਉਹ ਮੇਰਾ ਦੋਸਤ ਵੀ ਆ, ਮੇਰੇ ਕੋਲ ਹੁਣ ਵੀ ਵਿਆਹ ਸ਼ਾਦੀ ਆਉਂਦਾ ਮੈਂ ਵੀ ਜਾਂਦਾ ਉਹਦੇ ਕੋਲੇ। ਦੋਸਤੀ ਇੱਕ ਜਿਹੜੀ ਆ ਉਹ ਬਹੁਤ ਸਾਡੀ ਪੱਕੀ ਆ, ਲੇਕਿਨ ਕੁਸ਼ਤੀਆਂ ਜਿਹੜੀਆਂ ਉਹ ਵੀ ਪੱਕੀਆਂ ਹੀ ਹੋਈਆਂ ਨੇ। ਹਾਂਜੀ। ਤੇ ਪਹਿਲਵਾਨ ਜੀ ਕੁਸ਼ਤੀ ਦਾ ਜਿਵੇਂ ਸਮਾਂ ਚੱਲ ਪਿਆ, ਇੱਕ ਕਿ 20 ਮਿੰਟ ਕੁਸ਼ਤੀ ਹੋਊਗੀ, ਪੁਆਇੰਟ ਤੇ ਹੋਊਗੀ, ਮਤਲਬ ਤੁਹਾਡੇ ਸਮੇਂ 'ਚ ਵੀ ਇਸ ਤਰ੍ਹਾਂ ਹੀ ਹੁੰਦਾ ਸੀ? ਮਤਲਬ ਸਿੱਧੀ ਕੁਸ਼ਤੀ ਹੁੰਦੀ ਸੀ, ਝੰਡੀ ਕਿਸ ਤਰ੍ਹਾਂ, ਝੰਡੀ ਤੇ ਜਿਹੜਾ ਮਰਜ਼ੀ ਖੜ ਜੇ ਆ ਕੇ? ਉਹ ਝੰਡੀ ਦੇ ਉੱਤੇ ਜਿਹੜਾ ਮਰਜ਼ੀ ਨਹੀਂ ਖੜਦਾ, ਝੰਡੀ ਦੇ ਉੱਤੇ ਉਹ ਹੀ ਖੜਦਾ ਸੀ ਆਣ ਕੇ। ਕੋਈ ਕਿਤੇ ਕੋਈ ਉਹੋ ਜਿਹਾ ਪਹਿਲਵਾਨ ਆ ਜਾਂਦਾ ਸੀ, ਜਦੋਂ ਜੋੜ ਮੇਲ ਦਾ ਬਰਾਬਰ ਦਾ ਪਹਿਲਵਾਨ ਕੋਈ ਨਹੀਂ ਸੀ ਆਉਂਦਾ, ਫਿਰ ਕੋਈ ਥੱਲੇ ਵਾਲੀ ਜੋੜ ਵਾਲਾ ਆਣ ਕੇ ਉੱਤੇ ਆ ਜਾਂਦਾ ਸੀ, ਕਿਉਂਕਿ ਉਹ ਹੀ ਉਸ ਟਾਈਮ 'ਤੇ ਉੱਥੇ ਦੰਗਲ ਦੇ ਵਿੱਚ ਸਾਰਿਆਂ ਨੂੰ ਤਕੜਾ ਹੁੰਦਾ ਸੀ, ਦੂਜੇ ਨਾਲ ਘੁਲਣ ਵਾਲਾ। ਅਤੇ ਹੁਣ ਹੁਣ ਤੇ ਕੁਸ਼ਤੀਆਂ ਵੱਜੀਆਂ ਹੁੰਦੀਆਂ ਨੇ, ਹੁਣ ਤੇ ਕੁਸ਼ਤੀਆਂ ਟਾਈਮ ਵੱਜਾ ਹੈ, ਪੈਸੇ ਵੱਜੇ ਆ, ਭਲਵਾਨ ਵੱਜਾ ਹੈ ਵੀ ਕਿਹਦੇ ਨਾਲ ਹੋਣੀ ਆ, ਕਿੰਨੇ ਮਿੰਟ ਹੋਣੀ, ਕਿੰਨੇ 'ਚ ਹੋਣੀ ਆ। ਉਦੋਂ ਇਹ ਕੋਈ ਜ਼ਰੂਰੀ ਨਹੀਂ, ਅੱਧਾ ਘੰਟਾ ਹੋਵੇ, 40 ਮਿੰਟ ਹੋਵੇ। ਮੇਰੀ ਭੋਲੇ ਦੀ ਜਿਹੜੀ ਆਖਰੀ ਕੁਸ਼ਤੀ ਹੋਈ ਆ, ਉਹ ਤਕਰੀਬਨ 45 ਮਿੰਟ ਦੇ ਲਾਗੇ ਬੰਨੇ ਹੋਈ, ਜ਼ਿਆਦਾ ਹੋਵੇ ਤਾਂ ਜ਼ਿਆਦਾ ਹੋਵੇ। ਫਿਰ ਉਹ ਹਨੇਰਾ ਹੋ ਗਿਆ, ਉਹ ਵਿੱਚੋਂ ਚਲਾ ਗਿਆ। ਕੁਸ਼ਤੀ ਇਹ ਹੋਈ ਸਾਡੀ ਨੰਗਲ ਬਾਂਸ ਜਗਦੀਸ਼ ਭੋਲੇ ਨਾਲ। ਪਹਿਲੀ ਕੁਸ਼ਤੀ ਸਾਡੀ ਹੋਈ ਆ ਮਮਦੋਟ, 15 ਮਿੰਟ, ਉਹ ਭਾਦੋਂ ਦੇ ਦਿਨ ਸੀ, 15 ਮਿੰਟ ਲੈ ਕੇ ਘੁਲਿਆ, ਉਹ ਕੁਸ਼ਤੀ ਬਰਾਬਰ ਹੋਈ। ਦੂਸਰੀ ਕੁਸ਼ਤੀ ਸਾਡੇ ਦਿਆਲਪੁਰ ਦੰਗਲ ਫਲੌਰ ਦੇ ਲਾਗੇ, ਉਹਨਾਂ ਨੇ ਉਹ ਗਿੱਲ ਰਸਲਿੰਗ ਐਸੋਸੀਏਸ਼ਨ ਵਾਲੇ ਜਿਹੜੇ ਉਹਨਾਂ ਨੇ ਦੰਗਲ ਸ਼ੁਰੂ ਕਰਾਇਆ ਆਪਣੇ ਬਾਪ ਦੀ ਯਾਦ ਦੇ ਵਿੱਚ, ਉਹਨਾਂ ਨੇ ਮੈਨੂੰ ਸੱਦਿਆ। ਉਦੋਂ ਪਿਆਰਾ ਪਹਿਲਵਾਨ, ਉੱਧਰੋਂ ਇਹ ਪਹਿਲਵਾਨ ਜਗਦੀਸ਼ ਭੋਲਾ। ਉੱਥੇ ਮੈਂ ਇਹਨਾਂ ਨੂੰ ਪਹਿਲਵਾਨਾਂ ਨੂੰ ਦੋਵਾਂ ਨੂੰ ਇੱਕੇ ਲੰਗੋਟੇ ਦੋਵਾਂ ਨੂੰ ਮੈਂ ਢਾ ਲਿਆ। ਔਰ ਉਦੋਂ 2 ਤੋਲੇ ਦਾ ਕੜਾ ਰੱਖਿਆ ਸੀ ਉਹਨਾਂ ਨੇ, ਉਹ ਮੈਂ ਉਦੋਂ ਇਹ ਨਾਮ ਜਿੱਤਿਆ। ਤੀਜੀ ਮੇਰੀ ਜਿਹੜੀ ਕੁਸ਼ਤੀ ਉਹ ਤੁਹਾਨੂੰ ਮੈਂ ਦੱਸਦਾ ਵੀ 45-48 ਮਿੰਟ ਦੇ ਲਾਗੇ ਹੋਈ, ਉਹ ਹਨੇਰਾ ਹੋ ਗਿਆ, ਮੰਗਲ ਬਾਂਸ ਦੀ ਗੱਲ ਹੈ, ਔਰ ਕੁਸ਼ਤੀ ਉਹਨਾਂ ਨੇ ਬੰਦ ਕਰਵਾਤੀ। ਨੈਸ਼ਨਲ ਲੈਵਲ 'ਤੇ ਤੁਸੀਂ ਕਾਫੀ ਵਾਰ ਪਾਰਟੀਸਪੇਟ ਵੀ ਕੀਤਾ, ਮੈਡਲ ਵੀ ਜਿੱਤੇ ਨੇ। ਕੋਈ ਇੰਟਰਨੈਸ਼ਨਲ ਟੂਰ ਹੋਵੇ ਜਾਂ ਇੰਟਰਨੈਸ਼ਨਲ ਪਾਰਟੀਸਪੇਟ ਕੀਤਾ ਹੋਵੇ? ਹਾਂਜੀ, ਇੰਟਰਨੈਸ਼ਨਲ ਵੀ ਕੀਤਾ ਜੀ। ਮਤਲਬ ਇੱਥੇ ਰਸ਼ੀਆ ਦੀ ਟੀਮ ਆਈ ਸੀ, ਉਦੋਂ ਵੀ ਪਾਰਟੀਸਪੇਟ ਕੀਤਾ। ਫਿਰ ਅਸੀਂ ਵੀ ਰਸ਼ੀਆ ਗਏ ਸੀਗੇ, ਅਤੇ ਬਹੁਤ ਹੀ ਕੁਛ ਮੇਰੇ ਜਿਹੜੇ ਸੱਜਣ ਪਹਿਲਵਾਨ ਉਹਨਾਂ ਦੀ ਮਿਹਰਬਾਨੀ ਹੋਈ। ਮੇਰੇ ਕੋਲ ਲਿਖਤਾਂ ਵੀ ਨੇ, ਉਹਨਾਂ ਨੇ ਮੇਰੇ ਨਾਲ ਇੰਨਾ ਪਿਆਰ ਕੀਤਾ ਵੀ ਮੇਰੇ ਕਈ ਟੂਰ ਜਿਹੜੇ ਸੀ ਉਹ ਮਾਰ ਦਿੱਤੇ, ਬਰਬਾਦ ਕਰ ਦਿੱਤੇ। ਜਿਵੇਂ ਕਿ 1983 ਦੇ ਵਿੱਚ ਨੈਸ਼ਨਲ ਹੋਈ ਜਲੰਧਰ, ਅਤੇ ਉਦੋਂ ਉਹੀ 10 ਪਹਿਲਵਾਨ ਪਾਕਿਸਤਾਨ ਜਾਣੇ ਸੀਗੇ, ਔਰ ਮੈਨੂੰ ਕਹਿਣ ਲੱਗੇ ਤੈਨੂੰ ਕੋਈ ਫਿਕਰ ਨਹੀਂ ਔਰ ਅਸੀਂ ਤੈਨੂੰ ਦੱਸਾਂਗੇ। ਮੈਨੂੰ ਪਤਾ ਹੀ ਉਦੋਂ ਲੱਗਾ ਜਦੋਂ ਉਹ ਸਾਰੀ ਟੀਮ ਉੱਥੇ ਆ, ਔਰ ਮੈਨੂੰ ਕਿਸੇ ਨੇ ਦੱਸਿਆ ਤੱਕ ਨਹੀਂ ਜਿਹੜੇ ਬੰਦੇ ਜ਼ਿੰਮੇਵਾਰ ਸੀ
ਮੈਨੂੰ ਕੋਈ ਲੈ ਕੇ ਨਹੀਂ ਗਿਆ। ਪਹਿਲਵਾਨ ਜੀ ਉਦੋਂ ਪੰਜਾਬ ਦੀਆਂ ਕਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਬਹੁਤ ਮਸ਼ਹੂਰ ਸੀਗੀਆਂ? ਪੰਜਾਬ ਦੀਆਂ ਛੀਆਂ ਜਿਹੜੀਆਂ ਤਕਰੀਬਨ ਕਾਫੀ ਮਸ਼ਹੂਰ ਸੀਗੀਆਂ, ਜਿਹੜੀਆਂ ਜਿਵੇਂ ਭਾਗੋਵਾਲ ਆ, ਬੱਬੇ ਵਾਲੀ ਆ, ਕਿਰਲਗੜ੍ਹ ਆ, ਆਪਣੀ ਸ਼ੇਰੋਂ ਵਾਲੀ ਛਿੰਝ ਆ। ਹਾਂਜੀ, ਇਸੇ ਤਰ੍ਹਾਂ ਹੀ ਮਹਿਦਪੁਰ ਸੀ, ਕੋਟ ਬਾਦਲ ਖਾਂ ਸੀ, ਆਪਣੇ ਨੂਰ ਮਹਿਲ ਸੀ, ਉਹ ਤੋਂ ਅਗਲੇ ਦਿਨ ਹੁੰਦੀ ਆ ਰੂਪੋਵਾਲ ਸੀਗੀ। ਹੋਰ ਇੱਕ ਨਹੀਂ ਗੀ, ਉਂਗਲਾਂ ਨਿਕਲਣ ਜੋਗੀਆਂ ਨਹੀਂ ਗੀਆਂ, ਬਹੁਤ ਚੀਜ਼ਾਂ ਜਿਹੜੀਆਂ ਮਸ਼ਹੂਰ ਹੁੰਦੀਆਂ ਉਹ ਅੱਜ ਵੀ ਹੁੰਦੀਆਂ ਨੇ। ਬੜੇ ਵੱਡੇ ਲੈਵਲ ਦੀਆਂ ਛਿੰਝਾਂ ਸੀ, ਵੱਡੇ ਬਜਟ ਦੀਆਂ ਛਿੰਝਾਂ ਸੀਗੀਆਂ ਉਹ। ਤੇ ਪਹਿਲਵਾਨ ਜੀ ਗੱਲ ਕਰੀਏ ਹੁਣ ਜੱਸੇ ਪਹਿਲਵਾਨ ਦੀ, ਹੈ ਨਾ, ਇੱਕ ਸਮਾਂ ਸੀਗਾ ਜਦੋਂ ਪਹਿਲੇ ਸਪੀਕਰਾਂ 'ਚ ਤੁਹਾਡਾ ਨਾਂ ਬੋਲਦਾ ਸੀਗਾ ਜੱਸਾ ਛਿੰਦਾ ਪੱਟੀ ਵਾਲਾ, ਹੁਣ ਫਿਰ ਮਤਲਬ ਤੁਹਾਡਾ ਨਾਂ ਛਿੰਝਾਂ ਵਿੱਚ ਆਉਂਦਾ ਹੈ ਤੇ ਕਿੰਨਾ ਕੁ ਵਧੀਆ ਲੱਗਦਾ ਹੈ? ਬਹੁਤ ਵਧੀਆ ਲੱਗਦਾ ਹੈ, ਬੜਾ ਹੀ ਵਧੀਆ ਲੱਗਦਾ ਹੈ। ਇਹ ਤਾਂ ਹੀ ਹੋ ਸਕਦਾ ਜੇ ਉਹ ਪਰਮਾਤਮਾ ਦੀ ਨਿਗਾਹ ਸਵੱਲੀ ਹੋਵੇ। ਤੇ ਇਹਦੇ ਵਿੱਚ ਮੇਰਾ ਕੋਈ ਯੋਗਦਾਨ ਨਹੀਂ, ਇਹ ਯੋਗਦਾਨ ਆ ਉਸ ਮਾਲਕ ਦਾ, ਜਾਂ ਜਿਹੜੇ ਜੱਸੇ ਨੂੰ ਚਾਹੁਣ ਵਾਲੇ ਆ ਜਾਂ ਮੈਨੂੰ ਚਾਹੁਣ ਵਾਲੇ ਨੇ ਜਿਹੜੇ, ਇਹ ਉਹਦੀ ਰਜਾ ਹੈ ਮਾਲਕ ਦੀ। ਔਰ ਜਿਹੜੀ ਸੰਗਤ ਉਹਨੂੰ ਪਿਆਰ ਕਰਦੀ ਆ, ਦੇਸ਼ ਵਿਦੇਸ਼ 'ਚ ਬੈਠੇ ਨੇ, ਇੱਥੇ ਨੇ, ਇੰਨੇ ਕੁ ਪ੍ਰਸ਼ੰਸਕ ਆ ਵੀ ਮੇਰਾ ਖਿਆਲ ਆ ਵੀ ਮੇਰੇ ਨਾਲੋਂ ਵੱਧ ਨੇ। ਔਰ ਮੈਂ ਬੜਾ ਉਹਦਾ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ। ਇੱਕ ਵਾਰ ਵੀ ਮੇਰੀ ਉਹਦੇ ਵਿੱਚ ਮੇਰਾ ਕੋਈ ਦੇਣ ਨਹੀਂ ਉਹਦੇ ਵਿੱਚ। ਉਹ ਭਾਨਾ ਪਹਿਲਵਾਨ ਤੇ ਉਹੀ ਉਹਨੂੰ ਮਿਹਨਤ ਕਰਾਉਂਦਾ ਸੀ ਔਰ ਉਹੀ ਕਰਾਉਂਦਾ ਹੈ। ਅੱਜ ਵੀ ਉਹਨਾਂ ਦਾ ਇਹਨਾਂ ਆਪਸ ਵਿੱਚ ਪੈਚਾ ਪਿਆ ਵੀ ਮੇਰੇ ਨਾਲ ਉਹਨਾਂ ਆਪਸ ਵਿੱਚ ਦੋਵਾਂ ਦਾ ਵੱਧ ਆ। ਔਰ ਇਹ ਉਸ ਪਰਮਾਤਮਾ ਦਾ ਮੈਂ ਸ਼ੁਕਰਗੁਜ਼ਾਰ ਹਾਂ, ਔਰ ਸੰਗਤ ਦਾ ਜਿਹੜੇ ਉਹਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੀ ਬਦੌਲਤ ਉਹ ਪਹਿਲਵਾਨ ਬਣਿਆ। ਸੋ ਪਹਿਲਵਾਨ ਜੀ ਅੱਜ ਦੇ ਜਿੰਨੇ ਵੀ ਬੱਚੇ ਆਈਡਲ ਮੰਨਦੇ ਨੇ, ਜੱਸੇ ਨੂੰ ਲੈ ਲਓ ਜਾਂ ਤੁਹਾਨੂੰ, ਹੈ ਨਾ, ਤੇ ਉਹਨਾਂ ਨੂੰ ਮਤਲਬ ਕੋਈ ਤੁਸੀਂ ਮੈਸੇਜ ਦਿਓ, ਜਿਸ ਤਰ੍ਹਾਂ ਮਤਲਬ ਡਾਈਟ ਦੇ ਬਾਰੇ 'ਚ ਜਾਂ ਪਹਿਲਵਾਨੀ ਦੇ ਬਾਰੇ 'ਚ ਕਿਸ ਤਰ੍ਹਾਂ? ਮੈਂ ਇਹ ਬੇਨਤੀ ਕਰੂੰਗਾ ਸਾਰੇ ਪਹਿਲਵਾਨਾਂ ਅੱਗੇ ਵੀ ਆਹ ਜਿਹੜੇ ਤੁਸੀਂ ਜਿਮ 'ਚ ਜਾਂਦੇ ਜੇ, ਜਮ ਜਾਓ, ਪਰ ਜਿਹੜੀਆਂ ਉਹ ਡਾਈਟਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਨਾ ਜਿੰਮਾਂ ਦੇ ਵਿੱਚ, ਉਹ ਬਿਲਕੁਲ ਨਹੀਂ ਜੇ। ਦੁੱਧ, ਦਹੀਂ, ਘਿਓ, ਮੀਟ, ਸਬਜ਼ੀਆਂ, ਫਲ, ਇਹਦੇ ਨਾਲ ਦੀ ਕੋਈ ਖੁਰਾਕ ਨਹੀਂ ਗੀ। ਕੋਈ ਮੇਰਾ ਵੀਰ ਇਹ ਮਤ ਸੋਚੇ ਵੀ ਟੀਕੇ ਲਾ ਕੇ ਮੈਂ ਹੋ ਜਾਊਂਗਾ ਜਾਂ ਮੈਂ ਆ ਖਾ ਕੇ ਪਾਊਡਰ ਵਗੈਰਾ ਖਾ ਕੇ ਪਹਿਲਵਾਨ ਬਣ ਜਾਊਂਗਾ, ਇਹ ਬਿਲਕੁਲ ਗਲਤ ਜੇ, 100% ਗਲਤ ਆ। ਜਿਹੜਾ ਬੰਦਾ ਤੁਹਾਨੂੰ ਇਹ ਗੱਲ ਕਹਿੰਦਾ ਹੈ ਵੀ ਮੈਂ ਫਲਾਣੀ ਚੀਜ਼ ਖਾਧੀ ਆ, ਫਲਾਣਾ ਟੀਕਾ ਲਵਾਇਆ, ਉਹਨੂੰ ਮੇਰੇ ਕੋਲ ਲੈ ਆਓ, ਮੈਂ ਉਹਨੂੰ ਝੁਠਲਾ ਕੇ ਤੁਹਾਡੇ ਸਾਹਮਣੇ ਭੇਜੂੰਗਾ। ਮੇਰੇ ਵੀਰ ਉਹੋ ਹੀ ਮਿਹਨਤ ਲਾਇਆ ਕਰੋ, ਡੰਡ ਬੈਠਕਾਂ, ਵੇਟ ਟ੍ਰੇਨਿੰਗ, ਔਰ ਮਾਂ-ਬਾਪ ਦੀ ਇੱਜ਼ਤ ਕਰੋ। ਔਰ 2 ਨੰਬਰ ਦਾ ਇਹੋ ਜਿਹਾ ਕੋਈ ਕੰਮ ਨਾ ਕਰਿਓ ਜੇ ਕੋਈ ਦਵਾਈ, ਕੋਈ ਟੀਕਾ, ਕਿਉਂਕਿ ਬਹੁਤ ਮਾੜੀ ਆ। ਜਿਹੜੇ ਪਹਿਲਵਾਨਾਂ ਨੇ ਕੀਤੇ ਆ ਉਹ ਰਿਜ਼ਲਟ ਬਹੁਤ ਮਾੜੇ ਆਏ ਨੇ ਉਹਦੇ। ਆਪਾਂ ਵੇਖੇ ਆ ਕੁਛ ਕੁ ਪਹਿਲਵਾਨਾਂ ਨੇ ਕੀਤੇ ਆ, ਪਰ ਉਹ ਜ਼ਿੰਦਗੀ ਤੋਂ ਹੱਥ ਧੋ ਬੈਠੇ। ਔਰ ਇਸ ਕਰਕੇ ਮੇਰੀ ਬੇਨਤੀ ਆ ਹਰ ਇੱਕ ਬੱਚੇ ਅੱਗੇ, ਵੱਡਿਆਂ ਦੀ ਇੱਜ਼ਤ ਕਰੋ, ਮਾਂ-ਬਾਪ ਦੀ ਇੱਜ਼ਤ ਕਰੋ, ਔਰ ਕੋਈ ਐਸੀ ਚੀਜ਼ ਨਾ ਖਾਓ ਜਿਹੜਾ ਤੁਹਾਨੂੰ ਮਗਰੋਂ ਜਾ ਕੇ, ਨਹੀਂ ਤੇ ਇੱਥੇ 1-2 ਪਹਿਲਵਾਨ ਹੈਗੇ ਆ, ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਉਹਨਾਂ ਕੋਲੇ ਵੀ ਲੈ ਚੱਲੂੰ, ਉਹ ਪਿਸ਼ਾ ਵੀ ਦੇਵਾਂਗਾ, ਉਹ ਚੀਜ਼ਾਂ ਗਲਤ ਨੇ। ਮੇਰੀ ਸਾਰੇ ਪਹਿਲਵਾਨਾਂ ਨੂੰ, ਖਾਸ ਕਰ ਬੱਚਿਆਂ ਨੂੰ ਜਿਹੜੇ ਨਵੇਂ ਉੱਠ ਰਹੇ ਨੇ, ਵੱਡੇ ਪਹਿਲਵਾਨ ਤੇ ਸਿਆਣੇ ਹੋ ਗਏ, ਉਹਨਾਂ ਨੂੰ ਸਮਝ ਆ। ਛੋਟਿਆਂ ਬੱਚਿਆਂ ਨੂੰ ਆ ਵੀ ਕਿਰਪਾ ਕਰਕੇ ਇਹੋ ਜਿਹੀ ਦਵਾਈ, ਟੀਕਾ, ਕੋਈ ਪਾਊਡਰ ਨਾ ਲਿਓ ਜੇ ਜਿਹੜਾ ਤੁਸੀਂ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਬਹਿ ਜਾਓ। ਸੋ ਬਹੁਤ ਬਹੁਤ ਧੰਨਵਾਦ ਪਹਿਲਵਾਨ ਜੀ, ਤੁਸੀਂ ਸਾਨੂੰ ਟਾਈਮ ਦਿੱਤਾ। ਬਹੁਤ ਬਹੁਤ ਥੈਂਕ ਯੂ ਜੀ, ਤੁਸੀਂ ਆਏ ਔਰ ਸਾਡੀ ਗੱਲ, ਸਾਡੀ ਆਵਾਜ਼ ਇਹ ਸੰਗਤ ਤੱਕ ਪਹੁੰਚਾਈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇਹ ਸੀਗੇ ਇੰਟਰਨੈਸ਼ਨਲ ਪਹਿਲਵਾਨ ਨਾਲ ਪੰਜਾਬ ਕੇਸਰੀ ਪਹਿਲਵਾਨ ਸ਼ਲਵਿੰਦਰ ਸਿੰਘ ਛਿੰਦਾ ਪੱਟੀ ਵਾਲੇ। ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਰਹੂਗੀ ਕਿ ਪੰਜਾਬ ਦੇ ਵੱਖ-ਵੱਖ ਛੋਟੇ ਵੱਡੇ ਸਾਰੇ ਪਹਿਲਵਾਨਾਂ ਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਤੁਹਾਡੇ ਰੂਬਰੂ ਕਰਵਾਉਂਦੇ ਰਹੀਏ। ਸੋ ਦੋਸਤੋ, ਸਾਡੇ ਚੈਨਲ ਕੁਸ਼ਤੀ ਦੇ ਵਾਰਸ YouTube ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।